ਧੰਨ ਗੁਰੂ ਨਾਨਕ ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਯੋਨੀ ਸੈਵੰ ਗੁਰ ਪ੍ਰਸਾਦ। ਥਾਨ ਥਨੰਤਰ ਸਭਨੀ ਜਾਈ ਜੋ ਦਿਸੇ ਸੋ ਤੇਰਾ। ਸੰਤ ਸੰਗ ਪਾਵੇ ਜੋ ਨਾਨਕ ਬਹੁਰ ਨਾ ਹੋਇਓ ਫੇਰਾ। ਜਿਸ ਡਰ ਲੱਗੀਏ ਜੀਵੀਏ ਪਉ ਜਲ ਤਰੀਏ ਪਾ। ਮਿਲ ਸਾਧ ਸੰਗ ਉਧਾਰ ਹੋਏ ਮੁਖ ਉਜਲ ਦਰਬਾਰ। ਤੁਮ ਨਿਧਾਨ ਸੁਲਤਾਨ ਅਟਲ ਅਟਲ ਸੁਲਤਾਨ ਜੀ ਜੰਤ ਸਭ ਜਾਚੈ। ਕਉ ਨਾਨਕ ਹਮੇ ਹੈ ਹਵਾਲਾ ਰਾਖ ਸੰਤਨ ਕੇ ਪਾਛੈ। ਧੰਨ ਵਾਹਿਗੁਰੂ ਸਾਹਿਬ ਜੀਓ। ਰਾਗ ਕਾਨੜਾ ਚੌਪ ਦੇ ਮਹੱਲਾ ਚੌਥਾ ਘਰ ਪਹਿਲਾ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੇਰਾ ਮਨ ਸਾਧ ਜਨਾ ਮਿਲ ਹਰਿਆ। ਹਾਂ ਬਲ 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 ਸਾਧ ਜਨਾ ਕੋ ਮਿਲ ਸੰਗਤ ਪਾਰ ਉਤਰਿਆ। ਤਖਤ ਚਵਰ ਛਤਰ ਦੇ ਸਰੀਵੀ ਮਾਲਕ ਕਰਨ ਕਾਰਨ ਸਮਰੱਥ ਸਰਬ ਵਿਆਪਕ ਸ਼ਬਦ ਗੁਰੂ ਸਦੀਵੀ ਗੁਰੂ ਸੱਚਾ ਗੁਰੂ ਕੇਵਲ ਸ੍ਰਿਸ਼ਟੀ ਤੇ ਇੱਕੋ ਇੱਕ ਗੁਰੂ ਧੰਨ 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 ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪਿਆਰੇ ਸਤਿਗੁਰੂ ਜੀ ਦੀ ਪਿਆਰੀ ਗੋਦ ਵਿੱਚ ਸਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ। ਸੱਚੇ ਪਾਤਸ਼ਾਹ ਕਰੋ ਮਿਹਰ ਦੀ ਨਜ਼ਰ ਜੀਵ ਤੇ ਆਪ ਦੇ ਸ਼ਬਦ ਦੀ ਵਿਚਾਰ ਆਪ ਕਰਵਾਓ ਸਾਨੂੰ ਸਮਝਾਓ। ਤੁਸੀਂ ਤਾਂ ਬਹੁਤ ਸਮਝਾਉਂਦੇ ਹੋ ਪਾਤਸ਼ਾਹ ਸਾਨੂੰ ਪੱਥਰਾਂ ਤੇ ਪਾਣੀ ਜਿਵੇਂ ਪੱਥਰ ਤੇ ਪਾਣੀ ਪੈਂਦਾ ਹੈ ਉਹ ਖਿਸਕ ਜਾਂਦਾ ਹੈ। ਮਿਹਰ ਕਰੋ ਸੱਚੇ ਪਾਤਸ਼ਾਹ ਸਾਡੇ ਅੰਦਰ ਵਸ ਜਾਣ ਤੁਹਾਡੇ ਬਚਨ ਤੁਹਾਡਾ ਉਪਦੇਸ਼ ਤੇ ਤੁਹਾਡਾ ਨਾਮ ਦਿਓ। ਸਾਰੀ ਸੰਗਤ ਆਸ਼ੀਰਵਾਦ ਬੁਲਾਓ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਸਭਾ ਏਵ ਨਾ ਪਾਈਆ ਨਾ ਨੇੜੇ ਨਾ ਦੂਰ। ਨਾਨਕ ਸਤਿਗੁਰ ਤਾਂ ਪਾਈਏ ਜਾ ਮਨ ਰਹੇ ਹਦੂਰ। ਸਰੀਰ ਕਰਕੇ ਸਾਧ ਸੰਗਤ ਦੇ ਵਿੱਚ ਆ ਕੇ ਗੁਰੂ ਸਾਹਿਬ ਦੇ ਨੇੜੇ ਬਹਿ ਕੇ
ਜਾਂ ਗੁਰੂ ਸਾਹਿਬ ਤੋਂ ਦੂਰ ਬਹਿ ਕੇ ਰੱਬ ਨਹੀਂ ਮਿਲਦਾ। ਰੱਬ ਸਤਿਗੁਰ ਸੱਚੇ ਪਾਤਸ਼ਾਹ ਦਾ ਮਿਲਾਪ ਜਦੋਂ ਮਨ ਨੂੰ ਗੁਰੂ ਪਾਤਸ਼ਾਹ ਜੀ ਦੇ ਇੱਥੇ ਜਿੱਥੇ ਬੈਠੇ ਆ ਉਦੋਂ ਮਨ ਨੂੰ ਟਿਕਾ ਕੇ ਗੁਰੂ ਸਾਹਿਬ ਦੇ ਬਚਨ ਸੁਣੀਏ, ਗੁਰੂ ਸਾਹਿਬ ਦਾ ਧਿਆਨ ਨਾਲ ਨਾਮ ਜਪੀਏ ਤੇ ਮਨ ਨੂੰ ਨਾ ਨੇੜੇ ਰੱਖੀਏ ਸਤਿਗੁਰ ਦੇ, ਤਾਂ ਮਿਲਣਾ ਰੱਬ। ਸਤਿਗੁਰ ਸੱਚੇ ਪਾਤਸ਼ਾਹ ਜਿਹੜੀ ਸੰਗਤ 'ਚ ਲਿਆ ਕੇ ਸੱਚੇ ਪਾਤਸ਼ਾਹ ਸਾਨੂੰ ਤੁਸੀਂ ਬਹਾਇਆ ਹੈ, ਮਿਹਰ ਕੀਤੀ ਹੈ, ਜਨਮ ਦਿੱਤਾ ਹੈ, ਅਮਰ ਦੀ ਦਾਤ ਦਿੱਤੀ ਹੈ, ਕਿਹੜੇ ਸ਼ੁਕਰਾਨੇ ਕਰੀਏ। ਸਾਡੀ ਜੀਭ ਵੀ ਤੇਰੀ ਦਿੱਤੀ ਹੈ, ਸਰੀਰ ਵੀ ਤੇਰਾ ਹੈ, ਸਾਰਾ ਕੁਝ ਤੇਰਾ ਹੀ ਹੈ। ਤੇ ਮਿਹਰ ਕਰੀਏ ਸੱਚੇ ਪਾਤਸ਼ਾਹ ਤੁਸੀਂ ਸਾਨੂੰ ਹੁਣ ਨਾਮ ਆਪਦਾ ਪਿਆਰਾ ਨਾਮ ਜਪਾਇਆ ਹੈ। ਇਹ ਸੱਚੇ ਪਾਤਸ਼ਾਹ ਇਹ ਸਾਨੂੰ ਸਵਾਸ ਦੀ ਬਖਸ਼ਿਸ਼ ਕਰ। ਪਾਤਸ਼ਾਹ ਗੁਰੂ ਪਾਤਸ਼ਾਹ ਤੁਸੀਂ ਸਮਝਾਇਆ ਹੈ, ਜਿਹੜੀ ਸਾਧ ਸੰਗਤ ਹੈ ਤੇ ਗੁਰੂ ਪਾਤਸ਼ਾਹ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਨਿਰੰਕਾਰ ਹੈ। ਦੇਖੋ ਜਿਹਦੀ ਹਜ਼ੂਰੀ 'ਚ ਬੈਠੇ ਆਪਾਂ, ਨੇੜੇ ਮਨ ਨੇ ਤਾਂ ਸਮਝਣਾ ਹੈ, ਸਾਰੀਆਂ ਗੱਲਾਂ ਸਾਨੂੰ ਸਮਝ ਆ ਜਾਣ। ਪਹਿਲੀ ਗੱਲ ਤਾਂ ਹੈ ਅੱਖਾਂ ਬੀਚ ਕੇ ਅੱਜ ਦੀ ਵਿਚਾਰ ਸੁਣਨੀ ਆ। ਸੱਚੇ ਪਾਤਸ਼ਾਹ ਸਾਨੂੰ ਸਮਝਾਉਣਗੇ ਕੀ ਗੱਲਾਂ ਨੇ ਤੇ ਕੀ ਵਿਚਾਰ, ਕਿਵੇਂ ਰੱਬ ਨਾਲ ਮਿਲਾਪ, ਕਿਉਂ ਪਾਰ ਉਤਰਿਆ ਕਹਿਤਾ ਗੁਰੂ ਪਾਤਸ਼ਾਹ ਜੀ ਦਾ ਸ਼ਬਦ ਕਾਨੜਾ ਰਾਗ 'ਚ ਹੈ, ਪਹਿਲੇ ਸ਼ਬਦ। ਤੇ ਮੇਰੇ ਸੰਤ ਜਨਾਂ ਅਜੇ 2 ਲਾਈਨਾਂ ਹੀ ਆਪਾਂ ਪੜ੍ਹਨੀਆਂ। ਮੇਰਾ ਮਨ ਸਾਧ ਜਨਾਂ ਮਲ ਹਰਿਆ, ਮਿਲ ਹਰਿਆ ਹਾਂ ਬਲ ਸਾਧ ਜਨਾਂ ਕੋ ਮਿਲ ਸੰਗਤ ਪਾਰ ਉਤਰਿਆ। ਪਾਰ ਉਤਰਿਆ ਦਾ ਮਤਲਬ ਸੱਚਖੰਡ ਚਲਾ ਗਿਆ, ਸਾਡਾ ਜੀਵਨ ਮਨੋਰਥ ਪੂਰਾ ਹੋ ਗਿਆ। ਪਹਿਲਾਂ ਹਾਰਿਆ ਗਿਆ, ਫਿਰ ਗਿਆ ਸਾਧ ਜਨਾਂ 'ਚ। ਹੁਣ ਆਪਾਂ ਨੂੰ ਸਾਰੀ ਸੰਗਤ ਨੂੰ ਸਾਧ ਬੋਲਦੇ ਆ ਪਾਤਸ਼ਾਹ। ਪਹਿਲੀ ਗੱਲ ਤਾਂ ਇਹ ਸਮਝ ਲਈਏ, 4 ਵਾਹਿਗੁਰੂ ਤਾਂ ਇੱਕੋ ਹੀ ਹੈ, ਪਰ 4 ਰੂਪਾਂ ਦੇ ਵਿੱਚ ਇੱਥੇ ਸਾਡੇ ਤੇ ਜੀ 'ਚ ਬੈਠੇ ਆ। ਆਪਾਂ ਨੂੰ ਕਿੱਡੀ ਬਖਸ਼ਿਸ਼ ਦਾ ਥਾਂ ਹੈ। 4 ਰੂਪਾਂ ਦੇ ਵਿੱਚ ਸਾਡੇ ਵਿੱਚ ਬਖਸ਼ਿਸ਼ ਕਰ ਰਿਹਾ, 4 ਸਰੂਪਾਂ 'ਚ ਬੈਠਾ ਪਾਤਸ਼ਾਹ। ਪਹਿਲਾਂ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਤੋਂ ਵੱਡੇ ਪਾਤਸ਼ਾਹ ਮਾਲਕ ਬੈਠੇ ਆ। ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ, ਸੁਣਦੇ ਬੋਲਦੇ ਵਾਹਿਗੁਰੂ ਨੇ। ਫਿਰ ਦਸੇ ਪਾਤਸ਼ਾਹੀਆਂ ਨੇ, ਦਸੇ ਪਾਤਸ਼ਾਹੀਆਂ ਹਾਜ਼ਰ ਨਾਜ਼ਰ ਹੁੰਦੀਆਂ, ਕੋਈ ਬਹੁਤਾ ਫਰਕ ਨਹੀਂ ਹੈ ਸੱਚਖੰਡ ਤੇ ਇੱਥੋਂ ਵਾਲਾ। ਆਹ ਵਿਚਾਲੇ ਅੜਿੱਕਾ ਇਹਦਾ ਜਾਂ 5 ਤੱਤਾਂ ਦਾ ਆ ਚੀਜ਼ 'ਚ ਬੈਠੇ ਆ, ਇਹਦਾ ਹੀ ਅੜਿੱਕਾ ਹੈ। ਜੇ ਇਹਦਾ ਹੀ ਅੜਿੱਕਾ ਦੂਰ ਕਰਨਾ ਹੈ, ਇੱਥੇ ਜਨਮ ਇਹਦੇ ਵਾਸਤੇ ਮਿਲਿਆ, ਇਹਦਾ ਹੀ ਅੜਿੱਕਾ ਦੂਰ ਹੋ ਗਿਆ ਤਾਂ ਅਸੀਂ ਰੱਬ ਨਾਲ ਮਿਲ ਜਾਣਾ। ਅੰਦਰ ਤਾਂ ਸਾਡੇ ਗੁਰ ਪਰਮੇਸ਼ਰ ਏਕ ਹੈ, ਸਭ ਮੇਰਿਆ ਸਮਾਏ ਬੈਠਾ ਹੀ ਉਹ। ਸਾਨੂੰ ਸਮਝ ਨਹੀਂ ਆਏਗਾ ਵੀ ਸਾਡਾ ਬਾਪ ਬੈਠਾ ਹੈ, ਇੰਨਾ ਨੇੜੇ ਹੈ। ਨੇੜੇ ਨਾਹੀਂ ਦੂਰ ਨਿਜਾਤ ਮੇਰਿਆ ਭਰਪੂਰ, ਜਿਹਦੀ ਹਜ਼ੂਰੀ 'ਚ ਬੈਠੇ ਆਪਾਂ। ਦੂਜਾ ਸਰੂਪ ਪਾਤਸ਼ਾਹ ਕਿ ਚਲੇ ਨਹੀਂ ਗਏ ਪਾਤਸ਼ਾਹ ਦੱਸੇ ਹੈ ਬਾਬਾ ਨਾਨਕੀ, ਪਰ ਕਾਇਆਂ ਦੇ ਨਾਂ ਸੀ ਦਸੇ ਪਾਤਸ਼ਾਹੀਆਂ ਕਹਿੰਦੇ ਆਪਾਂ। ਕਾਇਆਂ ਦੇ ਨਾਂ ਸੀ, ਹੈ ਬਾਬਾ ਨਾਨਕ, ਹੈ ਇੱਕੋ ਹੀ, 2 ਨਹੀਂ ਹੈ। ਇੱਕ ਨਿਰਗੁਣ ਹੈ, ਇੱਕ ਸਰਗੁਣ। ਨਿਰਗੁਣ ਜਿਹੜਾ ਨਿਰੰਕਾਰ ਹੈ ਤੇ ਉਹਦਾ ਹੀ ਉਹੀ ਸਰਗੁਣ ਹੈ। ਇਹ ਨਹੀਂ ਨਿਰਗੁਣ ਆਪ, ਸਰਗੁਣ ਵੀ ਉਹੀ ਸਰਗੁਣ ਹੈ। ਸਰਗੁਣ ਬਾਬਾ ਨਾਨਕ ਹੈ। ਇਹ ਸੂਖਸ਼ਮ ਸਰੂਪ ਦੇ ਵਿੱਚ ਬਾਬਾ ਨਾਨਕ ਹੈ, ਜਿਹਨੇ ਸਾਰੀ ਸ੍ਰਿਸ਼ਟੀ ਬਣਾਈ ਹੈ, ਸਾਰੀ ਸ੍ਰਿਸ਼ਟੀ ਨੂੰ ਸੰਭਾਲ ਰਿਹਾ ਹੈ, ਸਾਰੀ ਸ੍ਰਿਸ਼ਟੀ ਨੂੰ ਬੋਲਣ ਵਾਲਾ, ਸੁਣਨ ਵਾਲਾ ਤੇ ਸਾਰਾ ਖੇਡ ਰਚਣ ਵਾਲਾ, ਕਰਤਾ ਪੁਰਖ, ਕਰਨ ਕਾਰਨ ਸਮਰੱਥ,
ਇਹ ਬਾਬਾ ਨਾਨਕ ਦੇ ਇਖਤਿਆਰ 'ਚ ਹੈ। ਤੇ ਬਾਬਾ ਨਾਨਕ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਇੱਕੋ ਹੀ ਗੱਲ ਹੈ, ਕੋਈ ਗੱਲ ਨਹੀਂ। ਨਾਲੇ ਇਹ ਤਾਂ ਇੱਥੋਂ ਤੱਕ ਸਤਿਕਾਰ ਕਰਦੇ ਆ ਵੀ ਸੱਚਖੰਡ ਦੇ ਵਿੱਚ ਆਪ ਹੀ ਬਚਨ ਲਿਖੇ ਨੇ ਵਾਹਿਗੁਰੂ ਨੇ ਬਾਬਾ ਨਾਨਕ ਬਣ ਕੇ, ਤੇ ਆਪ ਹੀ ਮੱਥਾ ਟੇਕਿਆ। ਤੂੰ ਆਪੇ ਪੂਜੇ ਪੂਜ ਕਰਾਵੇ ਸਤਿਗੁਰ ਕੋ ਸਿਰਜਣ ਹਾਰਿਆ। ਰਾਜ ਸਾਰਾ ਇਹਨਾਂ ਨੂੰ। ਤੀਜਾ ਸਰੂਪ ਹੈ ਜਿਹੜਾ ਸਾਧ ਸੰਗਤ ਹੈ। ਨਿਰੰਕਾਰ ਦਸੇ ਪਾਤਸ਼ਾਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ, ਤੇ ਚੌਥਾ ਸਰੂਪ ਆਪਣਾ ਸਾਧ ਸੰਗਤ। ਹਰੇਕ ਉਹਦਾ ਪੁੱਤਰ ਜਿਹਨੂੰ ਨਾਮ ਦੀ ਦਾਤ ਪਾਤਸ਼ਾਹ ਨੇ, ਗੁਰੂ ਪਾਤਸ਼ਾਹ ਜੀ ਨੇ ਦਿੱਤੀ ਹੈ। ਉਹ ਸਾਰੇ ਰਲੀਆਂ ਹੋਈਆਂ ਰੂਹਾਂ ਜਿਨ੍ਹਾਂ ਨੂੰ ਨਾਮ ਦੀ ਦਾਤ ਮਿਲੀ ਹੈ। ਗੁਰਸਿੱਖ ਸਭ ਤੋਂ ਪਦਵੀ ਉੱਚੀ ਹੈ ਗੁਰਸਿੱਖ। ਤੇ ਉਹ ਸਾਰੇ ਰਲ ਕੇ ਜਿਹੜੇ ਆ ਉਹ ਵੀ ਹੀ ਵਾਹਿਗੁਰੂ ਹੈ। ਸਾਰੇ ਵਾਹਿਗੁਰੂ ਨੇ, ਚਾਰੇ ਵਾਹਿਗੁਰੂ ਨੇ। ਤੇ ਇੰਨੀ ਬਖਸ਼ਿਸ਼ ਦਾ ਘਰ ਹੈ ਸਾਧ ਸੰਗਤ, ਇੰਨੀ ਬਖਸ਼ਿਸ਼। ਫਿਰ ਆਪਾਂ ਨੂੰ ਪਿੱਛੇ ਉਹ ਸਵਈਏ ਨੂੰ ਭਾਈ ਸਾਹਿਬ ਤੇ ਨੂੰ ਤਾਂ ਯਾਦ ਹੀ ਰੱਖਣਾ ਹੈ ਹਰ ਵਕਤ। ਗੁਰੂ ਪਾਤਸ਼ਾਹ ਉਹ ਮੈਂ ਸ਼ਾਰਟਕਟ ਦੇ ਵਿੱਚ ਸੱਚੇ ਪਾਤਸ਼ਾਹ ਨੂੰ ਜਦੋਂ ਸਾਧ ਸੰਗਤ 'ਚ ਆਉਣਾ ਹੈ ਤਾਂ ਸੱਚੇ ਪਾਤਸ਼ਾਹ ਨੂੰ ਸਮਝਣਾ ਵੀ ਅਸੀਂ ਗੁਰੂ ਪਾਤਸ਼ਾਹ ਗੁਰੂ ਨਾਨਕ ਕੋਲੇ, ਗਲੀਆਂ ਵਾਲੇ ਪਾਤਸ਼ਾਹ ਕੋਲੇ, ਅਸੀਂ ਉਹਨਾਂ ਨਿਰੰਕਾਰ ਕੋਲੇ, ਉਹਨਾਂ ਕੋਲ ਚੱਲੇ ਹਾਂ, ਆਪਦੇ ਬਾਪ ਕੋਲੇ। ਉਹਨਾਂ ਤੋਂ ਅਸੀਂ ਮਿਲਾਪ ਦਾ ਰਾਹ ਪੁੱਛਣਾ, ਨਾਲੇ ਉਹ ਸਾਡੇ ਤੇ ਬਖਸ਼ਿਸ਼ ਕਰਨਗੇ। ਅਸੀਂ ਆਪ ਨਹੀਂ ਮਿਲ ਸਕਦੇ ਤੇ ਉਹ ਸਾਨੂੰ ਮਿਲਾਉਣਗੇ। ਇਹ ਐਵੇਂ ਤਾਂ ਨਹੀਂ ਪੜ੍ਹੀ ਨਿੱਤ ਪੜ੍ਹੀ ਜਾਂਦੇ ਆਪਾਂ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ। ਦੇਖਿਆ ਤਾਂ ਨਹੀਂ ਅਜੇ ਤਾਂ ਹੁਣ ਇਹ ਦੇਖਿਆ ਕਿਵੇਂ ਆ, ਹੁਣ ਦਿਖਾਉਂਦੇ ਕਿਵੇਂ ਨੇ ਉਹ ਵੀ ਆਪਾਂ ਪਤਾ ਲਈਏ ਨੇ ਵੀ ਸੱਚੇ ਪਾਤਸ਼ਾਹ ਤੁਸੀਂ ਦਿਖਾਉਣੇ ਕਿਵੇਂ ਹੋ। ਵਿਛੜਿਆ ਮੇਲੇ ਪ੍ਰਭੂ ਅਰਦਰ ਕਾ ਬਸੀਠ। ਤੁਸੀਂ ਸਾਨੂੰ ਵਿਛੜਿਆ ਹੋਇਆਂ ਨੂੰ ਜਨਮਾਂ ਦਿਆਂ ਨੂੰ ਤੁਸੀਂ ਮਿਲਾਪ ਹਾਸਲ ਕਰਾਉਣ ਵਾਲੇ ਹੋ। ਤੇ ਪਾਤਸ਼ਾਹ ਇੱਥੇ ਤਾਂ ਕਹਿੰਦੇ ਦਰਗਾਹ ਦਾ ਵਕੀਲ, ਪਰ ਵਕੀਲ ਨਹੀਂ, ਆਪ ਮਾਲਕ ਵੀ ਹੈ। ਵਕੀਲ ਵੀ ਆ, ਮਾਲਕ ਵੀ ਹੈ, ਸਭ ਕੁਝ ਹੀ ਆਪ ਹੈ। ਆਪੇ ਸਤਿਗੁਰ ਆਪ ਹਾਰ ਆਪੇ ਮੇਲ ਬੁਲਾਏ, ਸਾਰਾ ਕੁਝ ਹੀ ਆਪ ਹੈ। ਤੇ ਜੀਵ ਦੇ ਵਿੱਚ ਵੀ ਆਪਾਂ ਤੇ ਅੰਦਰ ਅੱਖਾਂ ਮੀਚ ਕੇ ਬਹਿਣਾ, ਭਾਵ ਅੰਦਰੋਂ ਹੀ ਮਿਲਾਪ ਹੋਣਾ ਹੈ। ਅੰਦਰ ਹੀ ਜਿਹੜਾ ਰੱਬ ਤੋਂ ਵਿਛੜਿਆ ਰੱਬ ਦਾ ਪੁੱਤ ਹੈ, ਛੋਟਾ ਜੋਤ ਨਿੱਕੀ ਹੈ। ਤੇ ਜਦੋਂ ਇਹ ਸਰੀਰ ਮਿਲਿਆ ਉਹਨੂੰ, ਇਹ ਸੰਸਾਰ 'ਚ ਜਨਮ ਲਿਆ, ਤੇ ਉਦਣ ਹੀ ਉਸ ਪੁੱਤ ਦੀ, ਰੱਬ ਦੇ ਪੁੱਤ ਦੀ, ਜੀਵ ਆਤਮਾ ਦੀ ਆਪਾਂ ਅੰਦਰ ਲਿਆਉਣੀ ਆ ਹੁਣ, ਜਿਹੜੀ ਲਿਵ ਜੁੜਦੀ ਨਹੀਂ ਹੈ, ਜਿਹੜੀ ਮਿਲਾਪ। ਲਿਵ ਦਾ ਮਤਲਬ ਕੀ ਹੈ? ਰੱਬ ਨਾਲ ਇੱਕਮਿਕ ਹੋਇਆ ਹੋਇਆ। ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਤੇ ਕੋਈ ਅੰਤਰ ਨਹੀਂ ਸੀ ਸਾਡਾ। ਜਦੋਂ ਅਸੀਂ ਉੱਥੋਂ ਟੁੱਟੇ, ਲਿਵ ਟੁੱਟੀ, ਲਿਵ ਛੁਟਕੀ, ਲੱਗੀ ਤ੍ਰਿਸ਼ਨਾ, ਮਾਇਆ ਅਮਰ ਬਤਾਇਆ। ਸਾਡੀ ਅੰਦਰਲੇ ਨੂੰ ਸਮਝਾਉਂਦੇ ਆ। ਅੰਦਰੇ ਹੀ ਬਾਪ ਬੈਠਾ ਵੀ ਅੰਦਰ ਹੈ ਤੇ ਬਾਹਰ ਵੀ ਬੈਠਾ ਹੈ, ਸਰਵ ਵਿਆਪਕ ਵੀ ਹੈ, ਸੱਚਖੰਡ ਵੀ ਹੈ, ਮਾਲਕ ਹਰ ਥਾਂ ਹੈ। ਜਿਹੜੇ ਬਾਪ ਨੂੰ ਮਿਲਣਾ ਹੈ, ਪਰ ਮਿਲਾਪ ਅੰਦਰੋਂ ਹੋਣਾ ਹੈ। ਕਿਉਂ? ਅੰਦਰੋਂ ਹੀ ਪੌੜਾ ਪਿਆ, ਅੰਦਰੋਂ ਹੀ ਜੀਵ ਵਿਛੜਿਆ, ਅੰਦਰੋਂ ਹੀ ਇਹਨੂੰ ਅੱਗ ਲੱਗੀ, ਤ੍ਰਿਸ਼ਨਾ ਦੀ ਅੱਗ ਲੱਗੀ। ਪਹਿਲਾਂ ਜਦੋਂ ਤ੍ਰਿਸ਼ਨਾ ਦੀ ਅੱਗ ਲੱਗੀ ਤਾਂ ਜੋਤ ਦਾ ਸਰੀਰ ਸੜ ਗਿਆ, ਠੰਡਾ ਸਰੀਰ ਸੜ ਗਿਆ, ਸ਼ੀਤਲ ਸਰੀਰ ਛੜ ਗਿਆ, ਤੇ ਪਾਤਸ਼ਾਹ ਦਾ ਨਾਮ ਭੁੱਲ ਗਿਆ। ਮਾਂ ਦੇ ਪੇਟ ਵਿੱਚ ਤਾਂ ਉਹਦੇ ਨਾਲ ਸ਼ੀਤਲ ਰਹੇ ਸੀ, ਪਰ ਨਾਮ ਭੁੱਲ ਗਿਆ ਸ਼ੀਤਲ, ਨਾਮ ਅੰਮ੍ਰਿਤ ਭੁੱਲ ਗਿਆ, ਨਾਮ ਠੰਡਾ ਭੁੱਲ ਗਿਆ, ਨਾਮ ਨਿਰਮਲ ਭੁੱਲ ਗਿਆ। ਤਾਂ ਸਾਨੂੰ ਅੱਗ ਲੱਗ ਗਈ। ਅਸੀਂ ਆਪਦੀ ਅੱਡ ਹਸਤੀ ਮੰਨ ਲਈ। ਹਉਮੈ, ਨਾਮ ਭੁੱਲ ਕੇ ਹਉਮੈ ਲੱਗਦੀ ਆ। ਰੱਬ ਨੂੰ ਜਦੋਂ ਅੱਡ ਹੁੰਦਾ ਰੱਬ ਦਾ ਪੁੱਤ, ਉਦੋਂ ਮੈਂ ਚ ਹੋ ਜਾਂਦਾ ਹੈ। ਇੱਕ ਉਹਨੂੰ ਸਰੀਰ ਮਿਲ ਗਿਆ ਨਾਲ, ਬਸ ਉਹਦਾ ਤਾਂ ਹੰਕਾਰ ਚੜ ਗਿਆ। ਤਾਂ
ਚੜਿਆ ਪਿਆ ਹੰਕਾਰ। ਹੁਣ ਸਾਰਾ ਹੰਕਾਰ ਲਾਉਂਦੇ ਆ ਇੱਥੇ, ਉਹਨਾਂ ਚ ਤਾਂ ਮਿਲਾਪ ਹੋਣਾ ਹੀ ਨਹੀਂ। ਹਉਮੈ ਹੰਕਾਰ ਇਹ ਅੱਡ ਹੋ ਗਿਆ ਬਰਾਬਰ ਨਾਲ ਵਾਹਿਗੁਰੂ, ਜਿਵੇਂ ਅੱਡ ਹੋਇਆ। ਹੁਣ ਸਾਡੀ ਹਉਮੈ ਜਿਹੜੀ ਮਾਤਸ਼ਾਹ ਹਉਮੈ ਜਲਤ ਜਲੇ, ਹਉਮੈ ਜਲੇ, ਹਉਮੈ ਨੂੰ ਹਉਮੈ ਨੇ ਅੱਗ ਲਾ ਦਿੱਤੀ ਤੇ ਉਹਦੇ ਨਾਲ ਜਲਿਆ ਹੋਇਆ। ਜਲਤ ਜਲੇ ਜਲ ਪਾਇਆ, ਜਲਿਆ ਹੋਇਆ। ਭਰਮ ਆਏ ਦੂਜੇ ਪਾਏ, ਭਟਕਦਾ ਹੋਇਆ। 84 ਲੱਖ ਜੂਨ 'ਚ ਵੀ ਅੱਗ ਲੱਗੀ ਰਹੀ, ਉੱਥੇ ਵੀ ਭਟਕਦਾ ਆਇਆ। ਆਪਾਂ ਸਾਰੇ ਦੂਜੇ ਪਿਆਰ ਵਿੱਚ ਮਾਇਆ ਅੱਗ ਹੈ। ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਰ 'ਚ ਆਇਆ, ਦੂਜੀ ਚੀਜ਼ ਤਾਂ ਅੱਗ ਹੈ। ਹੁਣ ਅੱਗ ਲੱਗ ਗਈ ਅੰਦਰ ਤ੍ਰਿਸ਼ਨਾ ਦੇ ਰੂਪ ਵਿੱਚ, ਉਹ ਮਾਇਆ ਨੂੰ ਪ੍ਰਾਪਤ ਕਰਨ ਲਈ ਇਹ ਤ੍ਰਿਸ਼ਨਾ ਵੱਧ ਗਈ। ਮੈਨੂੰ ਹੁਣ ਕਿਤੋਂ ਅੱਡ ਹੋਏ ਨੂੰ, ਮੈਨੂੰ ਕਿਤੋਂ ਸੁੱਖ ਮਿਲ ਜੂ, ਸ਼ਾਂਤੀ ਮਿਲ ਜੂ, ਤਾਂ ਸਾਰਾ ਭੁੱਲ ਕੇ ਤੇ ਆਪ ਦਾ ਅੰਦਰਲਾ ਸਰੀਰ ਜਿਹੜਾ ਰੱਬ ਦਾ ਪੁੱਤ ਸੀ, ਸੂਖਸ਼ਮ ਸਰੀਰ ਸੀ, ਜੋਤ ਦਾ ਸਰੀਰ ਸੀ, ਉਹ ਆਪਣਾ ਆਪ ਦਾ ਭੁੱਲ ਗਿਆ। ਦੂਜਾ ਸਰੀਰ ਪੰਜਾਂ ਤੱਤਾਂ ਦਾ, ਮਾਇਆ ਦਾ ਪੁਤਲਾ, ਉਹਨੂੰ ਹੀ ਆਪਣਾ ਆਪ ਸਮਝ ਕੇ ਤੇ ਪਿਆਰ ਕਰਨ ਲੱਗਾ। ਇੱਕ ਇਹ ਸਰੀਰ ਮਾਇਆ ਦਾ ਪੁਤਲਾ, ਉਹ ਵੀ ਅੱਗ ਵਾਲਾ, ਇੱਕ ਉਹਦੇ 'ਚ ਵੀ ਅੱਗ ਪਾਈ ਆ, ਤੇ ਉਹ ਇੱਕ ਹਉਮੈ ਦੁਸਤੀ ਪੈ ਗਈ, ਉਹ ਵੀ ਅੱਗ ਹੈ। ਦੋਵੇਂ ਬਿਨ ਆਵੇ ਸੁੱਕਾ ਸੰਸਾਰ, ਜਦੋਂ ਅੱਗ ਲੱਗ ਜੇ ਤਾਂ ਸੁੱਕ ਜਾਈਦਾ। ਇਹ ਪਹਿਲਾਂ ਕਿਹਾ ਸਾਧ ਜਨਾਂ ਨੂੰ ਮਿਲ ਕੇ ਮੈਂ ਹਰਿਆ ਹੋ ਗਿਆ। ਪਹਿਲੀ ਲਾਈਨ ਇਹ ਆ, ਮੈਂ ਸੰਗਤ 'ਚ ਆ ਕੇ ਹਰਾ ਹੋ ਗਿਆ। ਆਪਾਂ ਦੇਖਣਾ ਆਪਾਂ ਹਰੇ ਹੁੰਨੇ ਆ, ਸੁੱਕ ਗਏ। ਹੁਣ ਆਪਣੀ ਕਹਾਣੀ ਆ ਇਹ ਸਾਰਿਆਂ ਦੀ, ਮੇਰੀ ਵੀ ਵਿੱਚੇ ਆ। ਸੁੱਕੇ ਜਦੋਂ ਅੱਗ ਲੱਗ ਜਾਂਦੀ ਆ ਤਾਂ ਦਰਖਤ ਸੁੱਕ ਜਾਂਦਾ ਹੁੰਦਾ, ਮੂਲ ਨੂੰ ਅੱਡ ਹੋ ਜੇ ਤਾਂ ਸੁੱਕ ਜਾਂਦਾ ਹੁੰਦਾ। ਅੱਗ ਲੱਗੀ ਹੋਵੇ ਤਾਂ ਸੁੱਕ ਜਾਂਦਾ ਹੈ, ਜੜਾਂ ਵੀ ਸੁੱਕ ਜਾਂਦੀਆਂ ਉਹਦੀਆਂ। ਮੂਲ ਨੂੰ ਟੁੱਟ ਕੇ ਸੁੱਕਾ ਦਰਖਤ ਖੜਾ, ਬੇਮੁਖ ਸੁੱਕਾ ਰੁੱਖ, ਜਿਉਂ ਦੇਖੇ ਵੇਖੇ ਸਭ ਲੋਈ। ਰੱਬ ਤੋਂ ਬੇਮੁਖ ਜਿਹੜਾ ਇਨਸਾਨ ਆ ਉਹ ਤਾਂ ਸੁੱਕਾ ਹੈ, ਜਮੇ ਸੁੱਕੇ ਰੁੱਖ ਵਰਗਾ। ਕੋਈ ਉਹਦੇ ਵਿੱਚ ਜੀਵਨ ਨਹੀਂ ਹੈ, ਮਰਿਆ ਹੋਇਆ ਅੰਦਰੋਂ। ਬਾਹਰਲਾ ਸਰੀਰ ਮਰੇ ਨੂੰ ਹੀ ਪਿਆਰ ਕਰਦਾ ਹੈ, ਮਰੀਆਂ ਚੀਜ਼ਾਂ ਨੂੰ ਹੀ ਪਿਆਰ ਕਰਦਾ। ਬਾਹਰਲਾ ਸਰੀਰ ਤਾਂ ਵਿਚਾਰਾ ਮਰਿਆ ਹੈ, ਇਹ ਤਾਂ ਜਾਨ ਹੀ ਨਹੀਂ ਹੈ, ਇਹਨੂੰ ਪਿਆਰ ਕਰਦਾ। ਇਹਦੇ ਹੀ ਸਾਰੇ ਧੰਦੇ, ਇਹਦੀ ਹੀ ਮਾਇਆ, ਇਹਦਾ ਹੀ ਸਾਰਾ ਕੁਛ ਅਡੰਬਰ ਜਿਹੜੇ ਸੰਸਾਰ 'ਚ ਆਏ ਆ, ਤੇ ਅਸੀਂ ਜੀਵਨ ਹੀ ਇਹ ਸਮਝ ਲਿਆ। ਜੀਵਨ ਅਗਨ ਤ੍ਰਿਸ਼ਨਾ ਜਲੇ ਬਾਰੋ ਬਾਰ, ਹਰ ਵਕਤ ਤ੍ਰਿਸ਼ਨਾ ਜਿਹੜੀ ਆ ਕਿਸੇ ਬਿਰਲੇ ਦੀ ਬਿਜੜੀਆਂ ਬੁਝਣੀ ਵੀ ਸਾਧ ਸੰਗਤ 'ਚ ਹੈ। ਸਾਧ ਸੰਗਤ ਦੀ ਮਹਿਮਾ ਇਹੀ ਹੈ, ਸੰਗਤ ਕਰਤ ਸੰਤੋਖ ਮਨ ਪਾਇਆ। ਸੰਤੋਖ ਆਊਗਾ, ਤ੍ਰਿਸ਼ਨਾ ਬੁਝੂਗੀ, ਕਿਸੇ ਚੀਜ਼ ਦੀ ਲੋੜ ਨਹੀਂ। ਪਾਤਸ਼ਾਹ ਇਉਂ ਅੰਦਰੋਂ ਜਿੱਦਣ ਆ ਗਿਆ ਵੀ ਸੱਚੇ ਪਾਤਸ਼ਾਹ ਮੈਨੂੰ ਨਾਮ ਹੀ ਦੇ, ਹੋਰ ਮੈਨੂੰ ਕਿਸੇ ਚੀਜ਼ ਦੀ ਭੁੱਖ ਨਹੀਂ ਰਹੀ ਨਹੀਂ। ਮਹਾਰਾਜ ਅੰਤਰਜਾਮੀ ਹੈ, ਜਾਣਦੇ ਆ। ਇਹ ਵੀ ਸਮਝਣਾ, ਇਹ ਨਹੀਂ ਸਮਝਣਾ ਵੀ ਉੱਤੋਂ ਅਸੀਂ ਮੈਂ ਕਰੀ ਜਾਵਾਂ। ਸਾਰੀ ਅੰਦਰਲੀ ਗੱਲ ਆ, ਇੱਕ ਇੱਕ ਗੱਲ ਜਾਣਦੇ ਆ ਆਪਣੀ, ਇੱਕ ਇੱਕ ਫੁਰਨਾ ਜਾਣਦੇ ਆ, ਇੱਕ ਇੱਕ ਜਾਣਦੇ ਆ ਕਿੰਨੀ ਅੱਗ ਲੱਗੀ ਹੋਈ ਹੈ, ਇਹਨੂੰ ਕਿੰਨਾ ਕੁ ਬੁਝਾਉਣਾ ਚਾਹੁੰਦਾ ਹੈ, ਕਿੰਨੀ ਕਿ ਬਰਮ ਅਗਨ ਪੈਦਾ ਕਰਨੀ ਚਾਹੁੰਦਾ ਜਿਹਦੇ ਨਾਲ ਹੋ ਇਹ ਬੁਝ ਜੇ ਤੇ ਉਧਰ ਪ੍ਰੀਤ ਪੈ ਜੇ ਤੇ ਇੱਧਰ ਟੁੱਟ ਜੇ। ਇੱਕ ਬਰਮ ਅਗਨ ਵੀ ਹੈ, ਉਹ ਪੈਦਾ ਹੋ ਗਈ ਨਾ ਧੰਨ ਭਾਗ, ਵਿਛੋੜੇ ਦੀ ਅੱਗ, ਰੱਬ ਨੂੰ ਵਿਛੋੜੇ ਦੀ ਅੱਗ। ਦੁਨਿਆਵੀ ਵਿਛੋੜੇ ਦੀ ਅੱਗ ਨਹੀਂ ਆ, ਉਹ ਅੱਗ ਹੀ ਪੈਦਾ ਹੋ ਜੇ। ਉਹ ਅੱਗ ਵੀ ਇਹਨੂੰ ਬੁਝਾਉਂਦੀ ਆ। ਜਿਹੜੀ ਪ੍ਰੀਤ ਇੱਧਰ ਲੱਗੀ ਆ, ਉਹ ਪ੍ਰੀਤ ਉਹਦੇ ਨਾਲ ਲੱਗ ਜੇ, ਉਧਰ ਰੱਬ ਨਾਲ ਲੱਗ ਜੇ, ਉਹਨੇ ਵੀ ਅੱਗ ਬੁਝਾਉਣੀ ਆ। ਉਹ ਧੰਨ ਭਾਗ ਜਿਹਨੂੰ ਪ੍ਰੀਤ ਲੱਗ ਜੇ, ਉਹਨੂੰ ਉਹੀ ਪਾਣੀ ਦੀ ਖੋਜ ਕਰੂਗਾ, ਉਹੀ ਅੰਮ੍ਰਿਤ ਦੀ ਖੋਜ ਕਰੂਗਾ, ਉਹੀ ਰੱਬ ਨਾਲ ਮਿਲਾਪ ਹਾਸਲ ਕਰਨ ਦੀ ਕੋਸ਼ਿਸ਼ ਕਰੂਗਾ, ਜਿਹਨੂੰ ਉਹ ਲੱਗ ਜੇ। ਮਹਾਰਾਜ ਜੀ ਉਹ ਬਿਰੋਂ ਦੀ ਅੱਗ ਲੱਗਣੀ ਜ਼ਰੂਰੀ ਹੈ ਨਾਲ। ਪਾਣੀ ਫਿਰ ਪਾਤਸ਼ਾਹ ਨੇ ਆਪ ਦੇਣਾ ਹੈ। ਸੂਕੇ ਹਰੇ ਕੀਏ ਖਿਨਮਾਏ ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ।
ਪਾਤਸ਼ਾਹ ਸੁੱਕਿਆਂ ਨੂੰ ਜੀਤ ਤੇ ਤਰਸ ਆ ਜਾਂਦਾ, ਸੁੱਕੇ ਦਰਖਤਾਂ ਨੂੰ ਕਿਸੇ ਮਾਲਕ ਨੂੰ ਦਰਸ ਆ ਜੇ ਵੀ ਆ ਸੁੱਕਾ ਪਿਆ ਤੇ ਇਹਨੂੰ ਮੈਂ ਹਰਾ ਕਰ ਦਿਆਂ ਯਾਰ, ਸੁੱਕੇ ਨਿਗਾਹ ਪੈ ਜੇ ਉਹਦੀ ਮਾਲਕ ਦੀ, ਮਾਲੀ ਦੀ। ਸਾਡੇ ਵੀ ਸੱਚੇ ਪਾਤਸ਼ਾਹ ਦੀ ਨਿਗਾਹ ਪਈ ਹੈ, ਜਿਹੜਾ ਗੁਰੂ ਸਾਹਿਬ ਦੇ ਦਾ ਪੁੱਤਰ ਬਣਿਆ ਉਹ ਤੇ ਨਿਗਾਹ ਪਈ ਹੈ ਸੁੱਕੇ ਨੂੰ ਹਰਾ ਕਰਨ ਦੀ। ਉਹਨੂੰ ਪਾਤਸ਼ਾਹ ਨੇ ਅੰਮ੍ਰਿਤ ਦਾ ਸੰਚ ਆਪ ਦੇ ਪਿਆਤਾ, ਉਹਨੂੰ ਅੰਦਰ ਉਹਦੇ ਜੜ੍ਹਾਂ 'ਚ ਪਾਤਾ ਅੰਮ੍ਰਿਤ, ਆਪ ਦੀ ਦ੍ਰਿਸ਼ਟੀ ਕਰ ਰਿਹਾ ਹੈ ਤੇ ਉਹਨੂੰ ਹਰਾ ਭਰਾ ਉਹਦਾ ਪਾਤਸ਼ਾਹ ਏਡੇ ਛੇਤੀ ਹਰਾ ਕਰ ਸਕਦੇ ਆ। ਸੰਗਲਾ ਦੀਪ ਦੇ ਰਾਜੇ ਨੇ ਟੈਸਟ ਹੀ ਪਾਤਸ਼ਾਹ ਦਾ ਰੱਖਿਆ ਸੀ ਵੀ ਆਹ ਸੁੱਕਾ ਬਾਗ ਜਿਹੜਾ ਹਰਾ ਕਰ ਦੂ ਉਹ ਸਤਿਗੁਰੂ ਹੈ, ਉਹ ਗੁਰੂ ਨਾਨਕ ਹੈ। ਓਏ ਪਾਤਸ਼ਾਹ ਜਿੱਦਣ ਬਾਗ 'ਚ ਗਏ ਉਹ ਸੁੱਕੇ ਦਰਖਤ ਹਰੇ ਕਰਤੇ, ਉਹ ਸਾਰਿਆਂ ਨੂੰ ਹਰੇ ਕਰ ਸਕਦਾ ਹੈ ਸ੍ਰਿਸ਼ਟੀ ਨੂੰ, ਤਾਂ ਹੀ ਉਹਦਾ ਨਾਮ ਹਰੀ ਆ। ਉਹਦਾ ਨਾਮ ਹਰ ਬਹੁਤ ਮਹਾਰਾਜ, ਮੈਨੂੰ ਉਮੀਦ ਆ ਮੈਂ ਗਿਣਤੀ ਨਹੀਂ ਕਰੀ, ਸਭ ਤੋਂ ਵੱਧ ਹਰ ਆਇਆ, ਹਰ ਹਰਿਆ ਕਰਨ ਵਾਲਾ ਸਭ ਤੋਂ ਵੱਧ। ਪਰੰਤੂ ਇਹ ਨਾਮ ਨਹੀਂ ਜਪਣਾ ਅਸੀਂ ਗੁਰਮੰਤ ਜੋ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਆਪ ਦਾ ਨਾਮ ਆਪ ਦਿੱਤਾ ਹੈ, ਇਹ ਉਹਦੇ ਇੱਕ ਗੁਣ ਦਾ ਨਾਮ ਆ ਵੀ ਮੈਂ ਸਾਰੇ ਸੁੱਕਿਆਂ ਤੋਂ ਹਰੇ ਕਰ ਸਕਦਾ ਹਾਂ, ਕਰੀ ਹੋਈ ਆ ਮੇਰੀ ਸ੍ਰਿਸ਼ਟੀ, ਮੈਂ ਸਾਰੇ 'ਚ ਜਾਨ ਪਾ ਸਕਦਾ ਹਾਂ, ਮੇਰੀ ਜਾਨ ਪਾਈ ਆ ਤਾਂ ਹਿਲਦੀ ਆ ਦੁਨੀਆ। ਇਹ ਹਰਾ ਹੋਣਾ ਏ ਤੇ ਜਿੰਨੇ ਗੁਣ ਨੇ ਉਹ ਫਲ ਫੁੱਲ ਨੇ ਲੱਗੇ ਹੋਏ ਗੁਣ ਇਹਦੇ 'ਚ ਪੈਦਾ ਹੋ ਜਾਣ। ਹਰਿਆ ਬਿਨਾਂ ਵੇ ਸੁੱਕਾ, ਸਾਰਾ ਸੰਸਾਰ ਦੇਖੋ ਸੁੱਕਿਆ ਪਿਆ ਨਾਮ ਤੋਂ ਬਿਨਾਂ। ਜਿਹੜਾ ਨਾਮ ਹੁਣ ਸਾਨੂੰ ਅਸੀਂ ਆ 5 ਦਿਨ 10 ਦਿਨ ਸਾਨੂੰ ਸਮਝ ਆ ਜੇ, ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ ਬਈ ਤੂੰ ਇਹ ਬੂਟੇ ਨੂੰ ਮੈਂ ਤਾਂ ਪਾਣੀ ਇੱਕ ਵਾਰ ਪਾ ਦਿੱਤਾ, ਇਹਦੀਆਂ ਕਰੂੰਬਲਾਂ ਫੁੱਟਣੀਆਂ ਸ਼ੁਰੂ ਹੋ ਗਈਆਂ, ਹੁਣ ਸਾਡਾ ਹਾਲ ਇਹ ਆ ਮਾੜੀ ਮੋਟੀ ਉਹ ਇੱਕ ਦਿਨ 'ਚ ਨਹੀਂ ਹਰਾ ਹੁੰਦਾ। ਜਿਹੜੇ ਬੂਟੇ ਨੂੰ ਆਪਾਂ ਪਾ ਦਈਏ ਪਾਣੀ ਤੋਂ ਸੁੱਕਿਆ ਵੀ ਮਰ ਜਾਂਦਾ, ਉਹ ਜੜ ਸੁੱਕ ਜਾਂਦੀ ਹੈ, ਫਿਰ ਉਹ 'ਚ ਪਾਣੀ ਪਾ ਦਈਏ। ਸਾਡੇ 'ਚ ਤਾਂ ਤਾਕਤ ਹੈ ਨਹੀਂ। ਵਾਹਿਗੁਰੂ ਜਿਹੜਾ ਹੈ ਸੁੱਕੇ ਦਰਖਤਾਂ ਨੂੰ ਜਿਹਨੂੰ ਹਰੇ ਕਰ ਸਕਦਾ ਹੈ, ਡੱਕਿਆਂ ਨੂੰ ਇੱਥੇ ਹਰੇ ਕਰ ਦਿੰਦਾ, ਉਹ ਜੜਾਂ ਲਾ ਦਿੰਦਾ। ਉਹ ਸਾਡੀਆਂ ਜੜਾਂ ਨਹੀਂ ਲਾਊ, ਸਾਨੂੰ ਨਹੀਂ ਮੂੜ ਨਾ ਜੋੜੂ, ਸਾਨੂੰ ਵੀ ਲਾਊ ਉਸ ਮਾਲਕ। ਤੇ ਉਹ ਨਾ ਫੇਰ ਕਹਿੰਦਾ ਹੈ ਇਹ ਨਾਮ ਜਿਹੜਾ ਅੰਮ੍ਰਿਤ ਹੈ ਇਹ ਤੂੰ ਨਾ 1-2 ਵੇਰਾ ਦਿਨ 'ਚ ਨਾ ਪਾਈ, ਇਹ ਸਾਰਾ ਦਿਨ ਪਾਉਂਦਾ। ਉਹ ਬੂਟਾ ਤਾਂ ਆਪਾਂ 3-4 ਦਿਨ ਪਾਉਂਦੇ ਆ ਪਾਣੀ, ਦੂਏ ਦਿਨ ਪਾਉਂਦੇ ਆ। ਸਾਨੂੰ ਪਾਤਸ਼ਾਹ ਨੇ ਕਿਹਾ ਇਹਨੂੰ ਤੂੰ ਪਾਣੀ ਪਾਈ ਜਲਦੀ ਤਾਂ ਹਰਾ ਰਹੂਏ। ਸਾਸ ਸਾਸ ਸਿਮਰੋ ਗੋਬਿੰਦ, ਇੱਥੇ ਆਉਣਾ ਪਾਤਸ਼ਾਹ ਸਮਝਾਉਂਦੇ। ਹਰ ਸਵਾਸ ਜਿਹੜਾ ਤੇਰਾ ਉਹ ਵਾਹਿਗੁਰੂ ਕਹੇ, ਵਾਹਿਗੁਰੂ ਕਹਿ ਰਿਹਾ ਪਹਿਲਾਂ ਹੀ। ਇਹ ਨਹੀਂ ਵੀ ਐਸੇ ਸਾਡਾ ਮੇਰਾ ਸਵਾਸ ਨਹੀਂ ਹੈਗਾ, ਸਵਾਸ ਉਹਦਾ ਹੈ, ਸਾਨੂੰ ਸਮਝ ਨਹੀਂ। ਸਵਾਸ ਹਰ ਵਾਹਿਗੁਰੂ ਕਹਿ ਰਿਹਾ। ਅਸੀਂ ਹੌਲੀ ਹੌਲੀ ਸਮਝਣ ਦੀ ਕੋਸ਼ਿਸ਼, ਹੌਲੀ ਹੌਲੀ ਜਦੋਂ ਆਪ ਜਪਾਂਗੇ ਹੌਲੀ ਹੌਲੀ ਸਾਨੂੰ ਪਤਾ ਲੱਗੂ ਇਹਦਾ ਸਾਹ। ਗੁਰੂ ਪਾਤਸ਼ਾਹ ਇੱਕ ਵਾਰ ਵਾਹਿਗੁਰੂ ਕਹਿਣ ਤੇ ਤਾਂ ਕਹਿੰਦੇ ਆ ਵੀ ਮੈਂ ਬਾਰ-ਬਾਰ ਮੈਂ ਤੈਨੂੰ ਯਾਦ ਕਰਾਉਣਾ, ਤੇ ਉਹ ਹੌਲੀ ਹੌਲੀ ਇਹਨੂੰ ਆਹਨਦ ਕਹਿੰਦੇ ਆ। ਦੁਨੀਆ ਦੇ ਭਰਮ ਦੂਰ ਹੋ ਜਾਣ ਜਦੋਂ ਆਪਣੇ ਆਪ ਹਰੇਕ ਸਵਾਸ ਵਾਹਿਗੁਰੂ ਕਹਿਣ ਲੱਗ ਗਿਆ, ਅੰਦਰੋਂ ਸੁਣਨ ਲੱਗ ਗਿਆ, ਆਪ ਆਰਾਮ ਨਾਲ ਬਹਿ ਗਿਆ। ਸੁਣਨ ਵਾਲਾ ਦੀ ਹਸਤੀ ਹੈ ਹੀ ਨਹੀਂ ਹੈ, ਉਹ ਪਤਾ ਲੱਗੂ ਮਗਰੋਂ ਮੈਂ ਐਵੇਂ ਝੂਠੀ ਪਈ ਸੀ। ਇਹ ਸ਼ਬਦ ਦੇ ਵਿੱਚ ਗਾਂ, ਇਹ ਸ਼ਬਦ ਦੇ ਵਿੱਚ ਗਾਂ ਦੋਵੇਂ ਇੱਕ ਮਨ ਬਾਬਤ। ਇਹ ਸ਼ਬਦ ਵਿੱਚ ਮਨ ਨੂੰ ਕਿਵੇਂ ਤੂੰ ਕਾਬੂ ਕਰਨਾ, ਸਾਧ ਸੰਗ ਦੀ ਵਡਿਆਈ 'ਚ ਇੱਥੇ ਹੀ ਕਾਬੂ ਹੋਣਾ ਉਹ, ਤੇ ਇੱਕ ਹਉਮੈ ਕਿਵੇਂ ਕਿੱਥੋਂ ਦੂਰ ਹੋਣੀ ਉਹ ਵੀ ਇੱਥੇ ਹੀ ਹੋਣੀ ਹੈ। ਇਹ ਗਾਂ 2 ਲਾਈਨਾਂ 'ਚ ਆਪਾਂ ਕੱਲ੍ਹ ਨੂੰ ਕਰਾਂਗੇ, ਪਰੰਤੂ ਹਜੇ ਆਪਾਂ ਅੱਜ ਮਿਲਾਪ ਦੀ ਗੱਲ ਕਰਨੀ ਹੈ। ਤਾਂ ਪਾਤਸ਼ਾਹ ਨੇ ਪਹਿਲੀ ਲਾਈਨ 'ਚ ਕਹਿਤਾ ਹਾਂ ਬਲ 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 4 ਵਾਰ ਕਿਹਾ। ਕਿਹਦੇ ਤੋਂ? ਸੰਗਤ ਤੋਂ, ਸਾਧ ਜਨਾਂ ਤੋਂ। ਗੁਰੂ ਪਾਤਸ਼ਾਹ ਦੀ ਨਿਗਾਹ ਵਿੱਚ ਜਿਹੜਾ ਪੁੱਤਰ ਬਣ ਜਾਂਦਾ ਹੈ ਉਹਨੂੰ ਸਾਧ ਕਹਿੰਦੇ ਆ, ਹੈਗੇ ਆਪ ਸਾਧੂ ਸਤਿਗੁਰ ਜੇ ਵੇਲੇ ਤਾਂ ਪਾਈਏ ਗੁਣੀ ਨਿਦਾਨ, ਲੋਕਾਂ ਨੂੰ ਭਰਮ ਦੂਰ ਹੋ ਜਾਣ। ਬਹੁਤ ਦੁਨੀਆ ਨੂੰ ਭਰਮ ਹੈ, ਇਹ ਸਾਧ ਬਣਾਉਂਦੇ ਆ। ਇਹ ਕਹਿ ਸਕਦੇ ਆ ਆਪਾਂ ਨੂੰ ਸਾਧ ਕਹਿੰਦੇ ਆ, ਸੰਤ ਕਹਿੰਦੇ ਆ, ਗੁਰਮੁਖ ਕਹਿੰਦੇ ਆ, ਪਿਆਰੇ ਕਹਿੰਦੇ ਆ, ਸਾਰਾ ਕੁਝ ਹੀ ਵਰਤਦੇ ਆਪਣੇ ਲਈ ਭਾਸ਼ਾ ਸੰਗਤ ਵਾਸਤੇ।
गुरसिखां लई, पर आप नहीं असी बनना। आप महाराज एक इन्ना ही कह दें तू मेरा गुरसिख प्यारा है, भाई है, भाई है, भाई शब्द ही वरत देन बादशाह अपने वास्ते, तां भी एडू उच्ची वस्तु एडू उच्ची अवस्था ही नहीं कोई। आओ जो मिलाप हो जाता है उदों की गल है भी भाई बनने की भी। अजे तो हूँ आप दुनियावी बाहरले शरीर ना भाई भैन बने हुए हैं सब, अंदरला भाई होर है गल। आओ अपने मिलाप का राह पातशाह आपां समझाउण लगे, थोड़ा जिहा आपां समझिए। एक तो उन्होंने आधार पहले एक बल की गल कर रहे, बल जब 4 दिन क्यों लिखिया पातशाह ने? मैं संगत तो बलिहारे जाना 4 बार लिखता बल 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 बल। एक तो बलिहारे जाना, एक मैं तेतों बारने जाना, एक मैं तेतों करवान जाना। देखो देखो गुरु साहब की कह रहे, साध संगत नूं कहंदे आ, सारे पुत्रां नूं कहंदा है मैं थोड़े तो करवान जाना है, मैं थोड़े तो बारने जाना है। क्यों? मैनू तुसीं रब बनाता, मेरा मिलाप हासिल कर दिता, मैनू सचखंड पहुंचाता। साध जना को जिन्हों मिल के मैं सचखंड पहुंच गया। ये लाइन के अर्थता ने पार पैना, पार का मतलब आ सचखंड पहुंचना, और बार ना पार वो विचाले लटकता है। सारी 84 लाख जून च ना इधर ला रहा ना उधर ला रहा। हुण असी उरले पार हैं, उरले पार तो पार पहुंचाउणा है। असी हुण थल्ले आपदे आप नूं हौमे दे विच बझे हुए अंदर ऐ शरीर च कैद होए हुए ते असी डिगे पे हैं टोए च। इस च इहनूं बहुत कुछ किया है। बूट खूह भी किया इहनूं, ग्रह बूढ़ ग्रह अंधकूप में अन्ना खूह आ शरीर जिहदे डिगे जी चो असी हुण मिलाप नाल अंदरों मिलाप, जदों मिलाप का राह हुण वो मिलाप किवें हो? ये नाम जपी जाना है साध संगत दे विच। इत्थे इहनूं कहंदे आ, ये नहीं भी अखां मीचणियां जरूर ते अंदर ना वाहिगुरू वाहिगुरू पहला उच्ची कही रहने आपां, पर फिर तो अंदर हौली हौली हिरदे विच होवे। कोई जाने कैसा ना हो बिन जपे, बिन जेबा जपे हियाओ, हिरदा जपन लग जे वो जानू किहो जा ना जपन लग जे अंदरों हिरदा हर साह नाल अंदरों जदों साह नाल समझदा ते उदों तुसीं हुण पातशाह ने आपां साध संगत दी पहलां तां वडियाई ਉਹ ਮਗਰੋਂ ਕਰਦੇ ਆ भी साध संगत की महिमा किन्नी है। एक थोड़ा जिहा दस दिए, सारा जदों मन इस पासे लगूगा तो अंदरों मैल महिमा साधु संग की सुनो मेरे मीता। इहने की करना है? ये हिरदे च हौली हौली जपना। ये नहीं भी कोई साडी अंदरों साडी जन्मा दी हौमे दी माया दे मोह दी बकारां दी गंद दी भरिया पिया ते सारी मैल आ वो साडी लै मैल कोई कोट अग हरे। करोड़ां पाप कर बैठे। पाप की है? करैतां कर बैठे, गुरु साहब तो उल्ट कम कर बैठे। सारियां तांदियां करैतां तां आपां नूं पातशाह ने पहले दिन ही समझातियां बे पुत्रा आदा करनी है। तांदियां करैतां ने वो चारे केसां दी बेअदबी ते जीव का रस, बाहरले शरीर दी पुठा खाना, पराई इस्त्री पराए मर्द दे कोले जाना, नशे करने, ये बाहरले शरीर दे करैता ने। पर मन दियां करैता भी है जिहड़ियां बहुत वड्डियां, जिहड़ियां साडी सुरती नहीं लगन दिंदियां, लिव नहीं जोड़न दिंदियां। ये च निंदा है, ईरखा है, चुगली आ, झूठ है, देखो दवैश है। ये मन दियां करैतां ने
पांच छे वड्डियां गिणियां पर सारियां अग ने, सारियां अग ने। ईरखा भी अग है, निंदा भी अग है, चुगली भी अग है, झूठ भी अग है, सारियां अगां ने। इहने साडू साड़िया पिया। ये सारियां ठंडियां होणगियां, सारियां खत्म हो जाणियां किहदे नाल? वाहिगुरू नाल, कहण नाल, नाम नाल। ये जी सानू इन्ने चिर हो गया, सानू नाम जपदियां नूं मन टिकदा नहीं। मन नूं तां अग लगी है, टिके कित्थों? मन तो इन्हां ना जदों अग लग्या, इन्हां दी अग लगी है अंदर। फिर काम क्रोध लोभ मोह हंकार ने हंस हेत लोभ कूप एक अग अंदर लगी। तो सब तो वड्डी अग हौमे दी है, आखिरी। पूरे सतगुर आखिए हम जलते जल जल मुए परमाए दूजे पाए। ਇਹਦੇ ਨਾਲ सड़ गया बंदा। तो सड़े नूं जदों ये हौमे अंदर आ गई तो ये सारियां अग्गां नाल ही आ जांदियां, होर भी अग्गां लग जांदियां। गांह दी गांह नवीं तो नवीं अग लगदी है अंदर, नवीं तो नग। हुण जीव बेचारा इत्थों तक सड़ जांदा है, वो कहंदा रब ही नहीं है, मरे होया कहंदा रब ही नहीं है। हुण देखो उत्थों जिउंदा करना है, साध संग च आऊगा तो उत्थे माड़ी मोटी इहनूं समझ लगू भी मैनू कोई बनाउण वाला है। अग माड़ी मोटी थोड़ी बहुती जिहड़ा भी आ जांदा उहदी थोड़ी जी अग फिर बुझदी है जदों इहनूं ते मैल लथदी आ उहदी। इत्थे साध संगत च मैल लैणी आ। साध संगत च क्यों इन्नी वडियाई आ? इत्थे गुरु पातशाह हाजर नाजर जीव दे रब दे पुत्तां दे आप अंदर वरत के उन्हां नूं चंगा बनाउंदे आ। बलियारी गुर अपने देवहाड़ी सतवार जिन मानस ते देवते कीए करत ना लागी बार। सानू मनुख तो पशुआं तो सानू पशुआं तो देवते बनाउणा उहने। प्रकाश रूप वाहिगुरू दे दर्शन कराउणे आ। इहो जे गुरु तो बलिहार जावां मैं, इहो जे गुरु तो। गुरु पातशाह हाजर नाजर, वो तो मैं फिर वो भुल गया गल दसणी तुहानूं भी गुरु साहब कहंदे जदों मैं ना जब साध संगत होंदी है, कहते मैं साध संगत के रंग च प्यार च ना कहते मैं ना बहुत मगन हो जाना, बह जाना। जदों मैं कीर्तन सुनता मेरी लगन ऐन जुड़ जाती है। अब बैठे बैठे पातशाह देखो की कहते हैं, जो कीर्तन बच्चे करते हैं जो होर कोई कीर्तन हुंदा सिर्फ सलाह हुंदी है, मैं लगन ना सुनदा ते दूए पासे मैं मस्त होया बैठा हुन्ना। पहला भी साध संगत मेरे पुत्तर आके मेरे कोल बैठे ने, इन्हां नूं मैं अपने नाल मिलाउणा है। ते तीजा मैं इथों तक है मेरे सारी दुनिया अंडर आ, सारी दुनिया हुक्म तो बाहर नहीं हिल सकती, सारी दुनिया अधीन आ, पर मैं साध संगत दे अधीन। कारण कारण समर्थ है साध संगत दा करे कराया, मैं इहतों नहीं मोड़दा। इन्ना पुत्रां नूं प्यार करदा साध संगत। गुरु साहब इन्ना प्यार करदे आ। वो प्यार की फिर दसांगे भी किन्ना प्यार है साध संगत दे विच। अज इह बैठे आ, शुक्र करो, धन भाग सारा दिन सच्चे। पहला तो वाहिगुरू मैं तो कहना ना मगरों पातशाह तू सानू साध संगत बख्श दी, सानू तू नाम की दात दे दी पातशाह। तू संसार चो जीवां चों विचों चुन लिया सानू। नहीं दावा आगन सारे जंगल नूं अग लग गई, सगल टरन जाले, कोई हरियो बूट रहे हो री, सारे उन्हें तो तीले भी साड़े पे आ, घा भी साड़िया पिया जदों जंगल की अग लगी से। संसार च अग लगी हुई एवें नहीं अपनी जगत चलन का रख लाया, अपनी कृपा धार पैने कहने आ। बाबा जिदन आया सी प्रगट होया सी उदन भी जलती सब प्रस्त भी दिस ब्याई, हुण भी जलती है, हुण भी जलती है। वो सारी काम क्रोध लोभ मोह कारण ईर्खा द्वेष निंदा चुगली लड़ाई झगड़ा सारा कोई किसी का सड़िया पिया, कोई किसी का सड़िया भांबड़ बलदा है। भांबड़ बलदा अंदरले जीव आत्मा नूं अग लगी है, उहनूं कोई बचाउण वाला नहीं, कोई पानी नहीं जिहड़ा उहनूं अग नूं बुझा देवे, कोई पानी नहीं, किसी कोले पानी नहीं है। एक सच्चे पातशाह दे आप दे हत्थ च अमृत पानी है जिहड़ा उहनूं बुझाउंदा, अमृत आ उहदा नाम। ਉਹਨੂੰ मरे तो जिउंदा करदा है, अमृत दे नाम ही है मरे तो जिउंदा कर देना, सुक्के तो हरा कर देना, ਉਹਨੂੰ अमृत कहंदे आ।
ਅੰਮ੍ਰਿਤ ਪੀਵੋ ਸਦਾ ਚਰਗ ਜੀਵੋ। ਹੁਣ ਸੁੱਕਾ ਪਿਆ ਨਾ, ਸੜਿਆ ਪਿਆ, ਉਹ ਸਦਾ ਦਾ ਜਿਉਂਦਾ ਮੇਰੇ ਵਰਗਾ ਮੈਂ ਆਪਣੇ ਵਰਗਾ ਬਣਾ ਲੂੰ, ਆਪਣੇ ਵਰਗਾ ਬਣਾਉ। ਇਹ ਜਿਹਾ ਖੇਲ ਹੈ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਾਲੀ। ਆਪਣੇ ਵਰਗਾ ਬਣਾਉਂਦਾ ਹੈ। ਅਜੇ ਕਹਿੰਦੇ ਆ ਵੀ ਆਪਾਂ ਨੂੰ ਦਰਸ਼ਨ ਨਹੀਂ ਹੋਏ। ਇੱਥੇ ਸਾਧ ਸੰਗਤ ਦੇ ਵਿੱਚ ਸਭ ਤੋਂ ਵੱਡਾ ਨਿਸ਼ਾਨਾ ਹੈ ਸਤਿਗੁਰਾਂ ਦੇ ਦਰਸ਼ਨ ਤੇ ਸੱਚਖੰਡ ਜਾਣਾ। ਆਹ ਨਿਸ਼ਾਨਾ, ਸਾਡਾ ਨਿਸ਼ਾਨਾ ਵੀ ਪਤਾ ਹੋਵੇ। ਸਫ਼ਰ ਕਰਨ ਲੱਗੀਦਾ ਪਹਿਲਾਂ ਟਿਕਾਣਾ ਵੀ ਮੈਂ ਉੱਥੇ ਪਹੁੰਚਣਾ ਹੈ, ਉਹ ਟਿਕਾਣੇ ਦਾ ਪਤਾ ਹੋਵੇ। ਫਿਰ ਰਾਹ ਦੇ ਵਿੱਚ ਫਿਰ ਆਦਮੀ ਨੂੰ ਆਪਦੀ ਪਤਾ ਤਾਂ ਹੋਵੇ ਮੈਂ ਕਿੱਥੇ ਜਾਣਾ ਹੈ। ਜਦ ਪਤਾ ਹੀ ਨਹੀਂ, ਕੋਈ ਨਾਮ ਜਪੀ ਜਾਂਦਾ, ਪਤਾ ਹੈ ਨਹੀਂ, ਨਿਤਨੇਮ ਕਰ ਲਿਆ, ਪਤਾ ਹੈ ਨਹੀਂ ਕਿੱਥੇ ਜਾਣਾ। ਉਹਦਾ ਇੱਥੋਂ ਤੱਕ ਮੁਨਕਰ ਹੋਇਆ ਪਿਆ, ਸੱਚਖੰਡ ਤਾਂ ਹੈ ਹੀ ਨਹੀਂ, ਅਗਲੀ ਦੁਨੀਆ ਹੀ ਨਹੀਂ ਹੈ। ਫਿਰ ਤਾਂ ਅੰਮ੍ਰਿਤ ਛਕਣ ਦੀ ਵੀ ਨਹੀਂ ਲੋੜ, ਤੈਨੂੰ ਬਾਣੀ ਪੜ੍ਹਨ ਦੀ ਵੀ ਨਹੀਂ ਲੋੜ। ਫਿਰ ਤਾਂ ਐਸ ਲੈ, ਫਿਰ ਤਾਂ ਹੈ ਨਹੀਂ ਕਾਹਦਾ ਕੁਛ ਵੀ। ਤੇ ਬਾਬਾ ਤਾਂ ਕਰਦਾ ਹੀ ਗੱਲ ਆਪਦੇ ਘਰ ਦੀ ਆ, ਉਹ ਅਗਲੀ ਦੁਨੀਆ ਦੀ ਗੱਲ ਕਰਦਾ। ਹਾਂ, ਅਗਲੀ ਦੁਨੀਆ ਸੋਹਣੀ ਵੀ ਬੜੀ ਆ ਸੱਚਖੰਡ ਵੱਲ ਨੂੰ। ਆਹ ਦੁਨੀਆ ਵੀ ਸੋਹਣੀ ਆ, ਬਸ ਸੱਚਖੰਡ ਦੀ ਦੁਨੀਆ ਬਹੁਤੀ ਸੋਹਣੀ ਆ। ਤੇ ਦੂਆ ਪਾਸਾ ਉੱਥੇ ਵੀ ਹਨੇਰਾ ਹੈ, ਇੱਕ ਗੰਦੀ ਵੀ ਬੜੀ ਆ, ਧਰਮਰਾਜ ਦਾ ਪਾਸਾ। ਦੋਵੇਂ ਪੱਖ ਨੇ ਅਗਲੀ ਦੁਨੀਆ 'ਚ, ਦੋਵੇਂ ਪੱਖ ਨੇ। ਦੇਖ ਲਾ, ਜੇ ਅੱਗ ਲੱਗੀ ਗਿਆ ਤਾਂ ਅੱਗਾਂ ਦੇ ਭਾਂਬੜ 'ਚ ਹੀ ਸਿੱਟਣਾ ਉਹਨੇ। ਅੱਗ ਨਾ ਬੁਝਾਈ ਤਾਂ ਅੰਮ੍ਰਿਤ ਛਕਣਾ ਵੀ ਅੱਗ ਬੁਝ ਜੇ। ਪਹਿਲਾਂ ਅੱਗ ਬੁਝੂ, ਪਹਿਲਾਂ ਮੈਲ ਲਊ। ਹਾਂ, ਇਹ ਕਹਾਂਗੇ ਵੀ ਇਹ ਇੱਕ ਦਿਨ ਦਾ ਜਨਮਾਂ ਦੀ ਮੈਲ ਲੱਗੀ ਆ, ਤੇ ਕਹਿੰਦੇ 2 ਦਿਨ ਸਾਡੀ ਸੁਰਤੀ ਲੱਗ ਜੇ, ਮਨ ਟਿਕ ਜੇ, ਸਹਿਜ ਆ ਜੇ। ਇੱਕ ਗੱਲ ਸਹਿਜ ਦੀ ਗੱਲ ਸਮਝ ਆ ਜੇ। ਸਹਿਜ ਆਖਰੀ ਅਵਸਥਾ ਹੈ, ਸੱਚਖੰਡ ਦੀ ਅਵਸਥਾ ਹੈ। ਇਸ ਮਨ ਤੇ ਆਉਣੀ ਆ। ਤੇ ਸਹਿਜ ਹੁੰਦਾ ਮਨ ਦਾ ਟਿਕ ਜਾਣਾ। ਇੱਕ ਗੱਲ ਅਰਥ ਸਮਝ ਲੱਗ ਜੇ। ਇੱਥੇ ਹੁਣ ਮਨ ਦਾ, ਜੇ ਆਪਦੇ ਮਨ ਨੂੰ ਆਪਦੇ ਨੂੰ ਝਾਤੀ ਮਾਰਨੀ ਆ ਵੀ ਮੇਰਾ ਮਨ ਕਿੰਨਾ ਕੁ ਟਿਕਦਾ ਹੈ, ਕਿਹੜੀ ਅੱਗ ਲੱਗੀ ਆ ਮੈਨੂੰ, ਇਹ ਪਰਖ ਕਰਨੀ ਇੱਥੇ ਆ ਕੇ। ਜਦ ਨਾਮ ਜਪਾਂਗੇ ਉਦੋਂ ਪਤਾ ਲੱਗਣਾ ਵੀ ਅੱਗ ਕਿਹੜੀ ਅੱਗ ਤੇ ਪਿਆ ਠੰਡਾ ਪਾਣੀ। ਵਾਹਿਗੁਰੂ ਕਹਿਣ ਨਾਲ ਠੰਡਾ ਪਾਣੀ ਕਿਹੜੀ ਅੱਗ ਤੇ ਪਿਆ, ਈਰਖਾ ਤੇ ਪਿਆ। ਹੁਣ ਈਰਖਾ ਖਤਮ ਹੋਈ, ਵਿਸਰ ਗਈ ਸਭ ਕਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਕੀ ਮੇਰੇ ਕੋਲੋਂ ਪਰਾਈ ਈਰਖਾ ਨਿਕਲ ਗਈ? ਮੈਨੂੰ ਹੁਣ ਰੱਬ ਦੇ ਗੁਰੂ ਨਾਨਕ ਦਿਸਦਾ ਹਰ ਚ। ਇਹ ਪਰਖ ਆਪਦੀ, ਇਹ ਪਰਖ ਕਰਨੀ ਆ। ਹੁਣ ਮੈਂ ਜਦੋਂ ਕੋਈ ਮਾੜੀ ਜਿਹੀ ਵੀ ਈਰਖਾ ਬਰਾਬਰ ਤੇ ਆਉਂਦੀ ਹੈ, ਬੜੀ ਸੂਖਸ਼ਮ ਆ ਉਹ। ਆਪ ਤੋਂ ਵੱਡੇ ਨੂੰ ਜੇ ਵੱਡਾ ਬਣ ਹੁੰਦਾ ਨਹੀਂ, ਉਹਦੇ ਨਾਲ ਈਰਖਾ ਕਰਨ ਲੱਗ ਜਾਂਦਾ। ਆਪ ਤੋਂ ਵੱਡੇ ਨਾਲ ਈਰਖਾ ਕਰਦਾ, ਉਹ ਜਿਹਾ ਬਣਨੇ ਹੋਇਆ। ਰੀਸ ਨਹੀਂ ਕਰਦਾ, ਈਰਖਾ ਕਰਦਾ। ਇਹਦਾ ਨੁਕਸਾਨ ਕਰਦੇ ਆਏ ਨਹੀਂ ਪਤਾ, ਆਪ ਸੜ ਗਿਆ ਪਹਿਲਾਂ, ਫੇਰ ਉਹਨੂੰ ਵੀ ਸਾੜਨਾ ਤੂੰ। ਦੋਹੇ ਸਾੜ ਤੇ ਈਰਖਾ ਕਰਕੇ। ਤੇਰਾ ਬਹੁਤਾ ਸੜਿਆ, ਤੂੰ ਆਪ ਬਹੁਤਾ ਸੜਿਆ। ਉਸ ਚ ਨਿੰਦਿਆ ਕਰਕੇ ਤੂੰ ਆਪ ਬਹੁਤਾ ਸੜਿਆ। ਉਹਦੀ ਨਹੀਂ ਨਿੰਦਿਆ, ਉਹਦਾ ਫਰਕ ਨਹੀਂ ਪਿਆ, ਸਗੋਂ ਉਹਦੀ ਅੱਗ ਵੀ ਥੋੜੀ ਜਿਹੀ ਆਪਦੇ ਵੱਲ ਨੂੰ ਲੈ ਆਇਆ। ਆਪ ਨੂੰ ਤਾਂ ਲੱਗੀ ਸੀ, ਉਹਦੀ ਵੀ ਅੱਗ ਲੈ ਆਇਆ, ਤਾਂ ਹੋਰ ਭਾਂਬੜ ਬਾੜ ਲਿਆ। ਪਾਤਸ਼ਾਹ ਦੱਸਦੇ ਵੀ ਉਹਦੀ ਮੈਲ ਵੀ ਚੱਕ ਲਿਆਉਂਦਾ ਨਿੰਦਿਆ ਕਰਨ ਵਾਲਾ, ਚੁਗਲੀ ਕਰਨ ਵਾਲਾ ਵੀ ਇਵੇਂ ਆ। ਅੱਗ ਦੂਜਿਆਂ ਦੀ ਚੁਗਲੀ ਕਰਕੇ ਆਪ ਨੂੰ ਅੱਗ ਹੋਰ ਲਾ ਲੈਂਦਾ ਹੈ। ਦੇਖੋ ਕਿੰਨਾ ਗੱਲ ਹੈ। ਭਾਂਬੜ ਹੀ ਬਲਦਾ ਹੈ ਅੰਦਰ। ਹੁਣ ਭਾਂਬੜ ਬਲਦੇ ਚੋਂ ਤਰਸ ਆ ਜੇ ਪਾਤਸ਼ਾਹ ਨੂੰ, ਤਾਂ ਉਹ ਠੰਡਾ ਪਾਣੀ ਦਿੰਦੇ ਆ। ਫਿਰ ਤੇ ਠੰਡਾ ਪਾਣੀ ਫੜਾ ਹੀ ਦਿੰਦੇ ਆ ਵੀ ਲੈ ਆ। ਇਹ ਠੰਡਾ ਪਾਣੀ ਪਾਉਂਦਾ ਜਦੋਂ ਤੈਨੂੰ ਐਨ ਤੂੰ ਔਗਣਾ ਦੀ ਅੱਗ ਜਿਹੜੀ ਆ ਉਹਦੇ ਨਾਲ ਸੜਿਆ ਪਿਆ, ਜਦੋਂ ਤੇਰੇ ਇਹਦੇ ਅੱਗ ਇਹ ਜਿਉਂ ਪਾਣੀ ਪਾਏਗਾ ਤੇਰੇ ਅੰਦਰ ਗੁਣ ਠੰਡੇ ਪੈਦਾ ਹੋ ਜਾਣੇ, ਰੱਬੀ ਗੁਣ ਪੈਦਾ ਹੋ ਜਾਣੀਆਂ। ਰੱਬ ਦਿਆ ਪੁੱਤਾ, ਉਹ ਗੁਣ ਤੇਰੇ ਨਾਸ ਹੋ ਗਏ, ਅੱਗ ਨੇ ਸਾੜਤੇ। ਹੁਣ ਅੱਗ ਦੇ ਹੁਣ ਜਿਉਂ ਤੂੰ ਨਾਮ ਜਪੇਗਾ ਗੁਣ ਪ੍ਰਗਟ ਹੋਈ ਜਾਣੇ ਆ, ਹਰਿਆ ਹੋਈ ਜਾਣਾ ਗੁਣਾਂ ਨਾਲ ਤੇਰੇ 'ਚ। ਜਦੋਂ ਗੁਣ ਗੁਰੂ ਨਾਨਕ ਵਰਗੇ ਬਣ ਗਏ ਤੇ ਤੈਨੂੰ ਮੈਂ ਬਾਹਰ ਲੈ ਜਾਣਾ ਸਰੀਰ। ਆਹ ਬਲਾਪ ਹੈ। ਤੇ ਇੱਥੇ ਆ ਕੇ ਮਨ ਦੇ ਇਹ ਨਹੀਂ ਵੀ ਮਾਨੀ ਕੱਲਾ ਸਾਫ਼ ਹੁੰਦਾ ਹੈ, ਹੋਏ ਪਵਿੱਤ ਪਨੀਤ ਮਨ, ਜਨਮ ਜਨਮ ਕੇ ਦੁੱਖ ਹਰੇ।
हर जन सगल उधारे संग के संगत दे विच रब दे पुत सारिਆਂ ਨੂੰ ਨਾਲ ਦੇ ਨੂੰ ਉਤਾਰ ਲੈਂਦੇ ਆ। ਉੱਥੇ ਰੱਬ ਦੇ ਪੁੱਤ ਜਿਹੜੇ ਨੇ ਅੰਦਰੋਂ ਮਨ ਪਵਿੱਤਰ ਹੁੰਦਾ। ਮਨ ਪਵਿੱਤਰ ਕਿੱਥੋਂ? ਮਨ ਜਿਹੜਾ ਇੰਦਰੀਆਂ ਰਾਹੀਂ ਖੁਰਾਕ ਖਾਂਦਾ, ਬਾਹਰਲੀ ਸਾਰ ਬਾਹਰੋਂ ਖਬਰਾਂ ਇੰਦਰੇ ਲਿਆ ਕੇ ਦਿੱਤੀਆਂ ਉਹ ਖੁਰਾਕ ਖਾਂਦਾ। ਮਨ ਨਹੀਂ ਬਾਹਰ, ਮਨ ਦੇ ਕੋਲੇ ਖੁਰਾਕ ਨਹੀਂ ਹੈ। ਅੱਖਾਂ ਲਿਆ ਕੇ ਦਿੰਦੀਆਂ, ਕੰਨ ਲਿਆ ਕੇ ਦਿੰਦੇ ਆ ਇੰਦਰੇ ਨੇ। ਤੇ ਤਾਂ ਹੀ ਉਹ ਇਹ ਇੰਦਰੀਆਂ ਨੂੰ ਵੀ ਬਸ 'ਚ ਕਰਨਾ, ਇਹ ਇੰਦਰੀਆਂ ਨੂੰ ਰੱਬ ਵੱਲੋਂ ਠਾਕਣਾ। ਇਹ ਪਵਿੱਤਰ ਸਾਧ ਸੰਗ 'ਚ ਹੋਣੇ ਆ ਕੇ ਇਹ ਵੀ ਪਵਿੱਤਰ ਹੋਣੇ ਆ। ਨੇਫਲ ਜੇਬਾ ਹੈ ਸ਼ਬਦ ਸਵਾਦਹੀਨ। ਉਹ ਜੀਵ ਜਿਹੜੀ ਆ ਬੇਫਾਇਦਾ ਉਸ ਜੀਵ ਦਾ। ਭਾਈ ਗੁਰਦਾਸ ਜੀ ਦੱਸ ਰਹੇ ਆ ਸਾਨੂੰ ਮਲਾਪਦਾਰ ਸਾਰੀਆਂ ਘੁੰਡੀਆਂ ਬਈ ਗੁਰੂ ਨਾਨਕ ਨਾਲ ਕਿਵੇਂ ਮਿਲਾਪ ਹੋਣਾ ਤੇਰੇ ਬਾਪ ਨਾਲ। ਜੀਵ ਸਾਧ ਸੰਗਤ ਦੇ ਵਿੱਚ ਆ ਕੇ ਜੀਵ ਸਵਾਦ ਮਾਣੇ ਗੁਰਮੰਤਰ ਦੀ, ਵਾਹਿਗੁਰੂ ਸ਼ਬਦ ਦਾ ਤੇ ਵਾਹਿਗੁਰੂ ਬਾਣੀ ਦਾ। ਉਹ ਜਿਹੜੀ ਆ ਜੀਵ ਜਿਹੜੀ ਆ ਨਹੀਂ, ਉਹ ਬੇਫਾਇਦਾ ਐਵੇਂ ਲੱਗੀ ਆ ਜਿਹਨਾਂ 'ਚ ਸਵਾਦ ਨਹੀਂ ਆ। ਨੇਫਲ ਸੁਰਤ ਬਿਨ ਆਹਨਦ ਨਾਦ ਕਹਿ। ਕੰਨ ਜਿਹੜੇ ਨੇ ਸੁਰਤ ਨਾਲ, ਸੁਰਤ ਕੰਨ ਇੱਕੋ ਹੀ ਗੱਲ ਆ। ਸੁਰਤ ਜਿਹੜੀ ਆ ਜਦੋਂ ਆਪਾਂ ਸੁਣਦੇ ਆ ਤਾਂ ਕੰਨਾਂ ਰਾਹੀਂ ਸੁਰਤ ਸੁਣਦੀ ਆ। ਇਹ ਕੰਨ ਨੇਫਲ ਨੇ ਜਿਹੜੇ ਆਹਨਦ ਨਾਦ ਨਹੀਂ ਸੁਣਦੇ। ਦੇਖੋ ਇੱਥੇ ਤੱਕ ਰੁਪੜਨਾ ਹੈ ਉਹਨਾਂ ਚਿਰ ਸਾਡੇ ਕੰਨ ਅਪਵਿੱਤਰ ਨੇ, ਆੜਾ ਬੁਰੇ ਲੱਗ ਜਾਣਾ ਹੈ, ਗੱਦੇ ਨੇ ਹਜੇ ਜਿੰਨਾ ਚਿਰ ਆਹਨਦ ਨਾਦ ਨਹੀਂ ਸੁਣਦਾ ਇਹ ਕੰਨਾਂ ਨੂੰ। ਨੇਫਲ ਕੰਨ ਹੋ ਗਈ ਜੀਵ, ਨੇਫਲ ਦ੍ਰਿਸ਼ਟ ਆਪਾ ਆਪਣਾ ਦੇਖੀਏ। ਉਹ ਅੱਖਾਂ ਨੇਫਲ ਨੇ ਜਿਹੜੀਆਂ ਬਾਹਰ ਦੁਨੀਆ ਦੀਆਂ ਮਾਇਆ ਦੀਆਂ ਚੀਜ਼ਾਂ ਦਾ ਦੇਖਦੀਆਂ, ਆਪ ਦੇ ਆਪ ਨੂੰ ਕਦੇ ਨਹੀਂ ਦੇਖਿਆ। ਅੱਖਾਂ ਨਾਲ ਨਾ ਅਸਲ ਕੰਮ ਕੀ ਹੈ? ਆਪ ਦੀ ਪਛਾਣ ਕਰਨੀ ਹੈ। ਮੈਂ ਕੌਣ ਆ? ਅੰਦਰੋਂ ਅੰਦਰ ਝਾਤੀ ਮਾਰਨੀ, ਅੰਦਰ ਆਪ ਦਾ ਆਪਾ ਦੇਖਣਾ ਵੀ ਇਹਨੂੰ ਅੱਗ ਕਿੰਨੀ ਕੁ ਲੱਗੀ ਹੋਈ ਹੈ, ਕਿੰਨਾ ਕੁ ਇਹਦੇ ਵਿੱਚ ਮਾਇਆ ਦਾ ਮੋਹ ਆ, ਕਿੰਨਾ ਕੁ ਇਹਦੇ ਵਿੱਚ ਹੈਗਾ। ਉਹਨੂੰ ਸਾਰਾ ਦਿਨ ਜਿਹੜੀਆਂ ਅੱਖਾਂ ਉਹ ਵੀ ਨੇਫਲ ਨੇ ਜਿੰਨਾ ਚਿਰ ਐਵੇਂ ਮਾਇਆ ਹੀ ਦੇਖੀ ਜਾਂਦੀਆਂ ਨੇ ਦੂਏ ਪਾਸੇ। ਉਹਨਾਂ ਚ ਰੱਬ ਨੂੰ ਟੁੱਟਿਆ ਆ ਬੰਦਾ, ਬਸ ਸਿੱਧੀ ਗੱਲ। ਉਹਨਾਂ ਚ ਰੱਬ ਅੰਦਰ ਕੋਈ ਤਰੱਕੀ ਨਹੀਂ ਹੋਣੀ। ਨਾਲ ਇਹ ਗੱਲ ਇਹ ਵੀ ਸਮਝ ਆ ਜੀ, ਜੀਵ ਜਿਹੜੀ ਹੈ ਜੌਲੋ ਅਨਰਸ ਬਸ ਤੌਲੋ ਨਹੀਂ ਪ੍ਰੇਮ ਰਸ। ਜਿਨ੍ਹਾਂ ਦੇ ਜੀਵ ਸਵਾਦ ਹੀ ਮਾਣਦੀ ਹੈ, ਜੇ ਪੀਜ਼ਿਆਂ ਦੇ ਸਵਾਦ ਖਾ ਕੇ ਦੇਖਣੇ ਆ, ਮੈਂ ਮੀਟਾਂ ਦੇ ਸਵਾਦ ਖਾ ਕੇ ਦੇਖਣੇ ਆ, ਰੱਬ ਦਾ ਅੰਮ੍ਰਿਤ ਰਸ ਨਾ ਆ ਗਿਆ ਉਹਨੂੰ ਬੰਦੇ ਕਦੇ ਨਹੀਂ। ਜੋ ਲੋ ਆਨ ਧਿਆਨ ਆਪਾ ਆਪਣਾ ਦੇਖੀਏ। ਜਿੰਨਾ ਚਿਰ ਸਾਡਾ ਧਿਆਨ ਜਿਹੜਾ ਕਦੇ ਉਹ ਚੀਜ਼ ਸੋਹਣੀ ਆ, ਜਿਹੜੇ ਉਹ ਚੀਜ਼ ਸੋਹਣੀ ਆ, ਕਦੇ ਉਧਰ ਨੂੰ ਜਾਂਦਾ ਹੈ, ਕਦੇ ਕਿਸੇ ਵੱਲ ਨੂੰ ਜਾਂਦਾ ਹੈ, ਕਦੇ ਬੰਦੇ ਵੱਲ ਨੂੰ ਜਾਂਦਾ ਹੈ, ਕਦੇ ਬੀਬੀ ਵੱਲ ਨੂੰ ਜਾਂਦਾ ਹੈ, ਉਹਨਾਂ ਚਿਰ ਆਪਣਾ ਆਪ ਨਹੀਂ ਦੇਖਿਆ ਜਾਂਦਾ। ਆਪ ਦੀ ਪਛਾਣ ਆਪਾਂ ਇਹ ਪੂਰਾ ਕਰ ਲਈਏ। ਨੇਫਲ ਆਪਣਾ ਦੱਸ ਰਹੇ ਸੀਗੇ ਅੱਖਾਂ। ਨੇਫਲ ਸਵਾਸ ਬਾਸ ਪ੍ਰਮਾਦ ਹੈ। ਜਿਹੜਾ ਸਵਾਸ ਬਿਰਥਾ ਹੀ ਹੈ, ਐਵੇਂ ਹੀ ਆ। ਜਿਹੜਾ ਨਾ ਵਾਹਿਗੁਰੂ ਸ਼ਬਦ ਜਿਹੜਾ ਰੱਬ ਦਾ ਹੈ ਉਹਦੀ ਬਾਸ਼ਨਾ ਨਹੀਂ, ਸਗੰਧੀ ਨਹੀਂ ਸੁਣਦਾ, ਉਹ ਸਵਾਸ ਐਵੇਂ ਹੀ ਹੈ। ਨੇਫਲ ਹੈ ਉਹ ਵੀ ਨੇਫਲ। ਨੇਫਲ ਕਰ ਗੁਰ ਪਾਰਸ ਪਰਸ। ਉਹ ਜਿਹੜੇ ਹੱਥ ਨੇ ਨਾ ਗੁਰੂ ਪਾਸ ਦੇ ਚਰਨਾਂ ਨੂੰ ਨਹੀਂ ਜਿੰਨਾ ਚਿਰ ਛੂਹਦੇ, ਉਹ ਵੀ ਨੇਫਲ ਨੇ। ਗੁਰਮੁਖ ਮਾਰਗ ਬਿਹੂਣ ਪੱਗ ਬਾਦ ਹੈ। ਜਿਹੜੇ ਗੁਰੂ ਸਾਹਿਬ ਵੱਲ ਨੂੰ ਰਾਹ ਪੈਰ ਨਹੀਂ ਜਾਂਦੇ, ਹੁਣ ਪੈਰ ਕਿਹੜੇ ਜਾਣੇ? ਸੁਰਤ ਨੇ ਜਾਣਾ। ਆਹ ਪੈਰਾਂ ਨਾਲ ਸਾਧ ਸੰਗਤ 'ਚ ਤੁਰ ਕੇ ਆਏ ਆ, ਉਹ ਵੀ ਲਿਆਇਆ ਗੁਰੂ ਸਾਹਿਬ ਜੀ। ਇਹ ਵੀ ਪੈਰ ਠੀਕ ਹੈ, ਗੁਰੂ ਸਾਹਿਬ ਕੋਲੇ ਆਏ ਆ। ਤੇ ਜਿਹੜੇ ਨਹੀਂ ਉਹ ਵੀ ਬੇਫਾਇਦਾ ਨੇ। ਗੁਰਮੁਖ ਅੰਗ 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 ਪੰਗ ਸਰਬੰਗ। ਆ ਸਾਧ ਸੰਗਤ 'ਚ ਕਿੰਨੀ ਵਡਿਆਈ ਆ। ਸੁਣੋ ਇੱਧਰ, ਜਿਹੜਾ ਗੁਰਸਿੱਖ ਹੈ ਉਹਦਾ ਅੰਗ ਅੰਗ ਪੰਗ ਹੁੰਦਾ ਹੈ, ਪਵਿੱਤਰ ਹੁੰਦਾ ਹੈ।
ਸਰਵੰਗ ਸਾਰੇ ਇੰਦਰੇ ਪਵਿੱਤਰ ਹੁੰਦੇ ਆ ਇੱਥੇ ਆ ਕੇ। ਮਿਲ ਸਾਧ ਸੰਗਤ ਪ੍ਰਸਾਦ ਹੈ। ਸਾਧ ਸੰਗਤ ਦੀ ਕਿਰਪਾ ਨਾਲ ਉਹਦੇ ਸਾਰੇ ਅੰਗ ਪਵਿੱਤਰ ਹੋ ਗਏ। ਜਦੋਂ ਅੰਗ ਪਵਿੱਤਰ 10 ਇੰਦਰੀ ਕਰ ਰਾਖੇ ਵਾਸ, ਤਾਂ ਕਿ ਆਤਮੀ ਹੋਏ ਪ੍ਰਗਾਸ। 10 ਇੰਦਰੀਆਂ ਨੂੰ ਵੀ ਬਸ ਕਰਨੀਆਂ ਸਹਿਜਤਾ ਹੋਣਾ। ਗੁਰ ਕਾ ਸ਼ਬਦ ਰਿਦ ਅੰਤਰ ਧਾਰੇ। ਵਾਹਿਗੁਰੂ ਸ਼ਬਦ ਜਿਹੜਾ ਨਾ, ਇਹ ਗੁਰੂ ਦਾ ਸ਼ਬਦ ਨਾਮ, ਇਹ ਹਿਰਦੇ 'ਚ ਬਸ ਜੇ। ਪੰਜ ਜਨਾ ਸੋ ਸੰਗ ਨਿਵਾਰੇ, ਕਾਮ ਕਰੋ ਲੋ ਹੰਕਾਰ ਦੀ ਅੱਗ ਬੁੱਝ ਜੇ ਬਾਹਰ ਨਿਕਲ ਜਾਣ। 10 ਇੰਦਰੀਆਂ ਨੂੰ ਤੂੰ ਇਸ ਤਰ੍ਹਾਂ ਪਵਿੱਤਰ ਕਰਕੇ ਕੰਟਰੋਲ ਕਰ ਲਵੇਂ, ਤੈਨੂੰ ਦਰਸ਼ਨ ਹੋ ਜਾਣੇ ਆ, ਪ੍ਰਕਾਸ਼ ਹੋ ਜਾਣਾ। ਆਪਾਂ ਕੱਲ ਨੂੰ ਵੀ ਮਿਲਾਪ ਦੀ ਗੱਲ ਕਰਾਂਗੇ। ਹੁਣ ਆਪਾਂ ਥੋੜੀ ਸਾਰੀ ਸੰਗਤ ਜਿਹੜੀ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਹੈ, ਅੰਮ੍ਰਿਤਧਾਰੀ ਹੈ, ਪਰੰਤੂ ਸਾਡੀ ਤਰੱਕੀ ਦੇਖੀਏ ਵੀ ਸਾਡੀ ਤਰੱਕੀ, ਅਸੀਂ ਖੜੇ ਉੱਤੇ ਦੀ ਉੱਥੇ ਹਾਂ। ਭਾਈ ਸਾਹਿਬ ਨੇ ਇੱਕ ਬਾਰ ਲਿਖੀ ਹੋਈ ਆ ਵੀ ਬੈਲ ਤੇਲੀ ਦਾ ਸਾਰਾ ਦਿਨ ਕੋਲੂ ਦੇ ਗੇੜੇ ਕੱਢੀ ਜਾਂਦਾ, ਹੱਥ ਨੂੰ ਕੋਪੇ ਲਾਉਂਦਾ, ਉਹ ਉੱਥੇ ਦੀ ਉੱਥੇ। ਕਿਤੇ ਸਾਡਾ ਹਾਲ ਉਹ ਤਾਂ ਨਹੀਂ। ਦੂਜੀ ਉਦਾਹਰਨ ਦਿੱਤੀ ਆ, ਅੰਨਾ ਜਿਹੜਾ ਰੱਸੀ ਵੱਟੀ ਜਾਂਦਾ ਪਿੱਛੇ ਨਾ, ਉਹ ਅੰਨਾ ਨੂੰ ਪਤਾ ਲੱਗਦਾ ਨਹੀਂ ਰੱਸੀ ਪਿੱਛੇ ਬੱਚਾ ਖਾਈ ਜਾਂਦਾ, ਜੇ ਸ਼ਾਮ ਨੂੰ ਦੇਖਦਾ ਰੱਸੀ ਹੱਥ 'ਚ ਕੱਖ ਵੀ ਨਹੀਂ। ਤੀਜੀ ਉਦਾਹਰਨ ਦਿੱਤੀ ਆ ਵੀ ਜਿਹੜਾ ਮਿਰਗ ਧਿਆਇਆ ਸਾਰਾ ਦਿਨ ਭੱਜਾ ਜਾਂਦਾ, ਪਾਣੀ ਉਹਨੂੰ ਲੱਭਦਾ ਨਹੀਂ, ਟਿੱਬਿਆਂ ਤੇ ਆੜ ਕੇ ਮਰ ਜਾਂਦਾ, ਤੇ ਮਿਲਿਆ ਪਾਣੀ ਮਿਲਿਆ ਨਹੀਂ। ਇਸੇ ਤਰ੍ਹਾਂ ਹੀ ਕਹਿੰਦੇ ਸਾਰਾ ਐਵੇਂ ਹੀ ਸਾਰਾ ਦਿਨ ਤੂੰ ਤੁਰਿਆ ਕਰਦਾ ਹੈ, ਧੱਜੇ ਧੱਕੇ ਖਾਂਦਾ, ਤੈਨੂੰ ਪਤਾ ਹੈ ਵੀ ਤੂੰ ਸੱਚਖੰਡ ਪਹੁੰਚ ਗਿਆ, ਤੇਰਾ ਸਫ਼ਰ ਕੁਛ ਤੈਅ ਹੋਇਆ, ਤੈਨੂੰ ਅੰਮ੍ਰਿਤ ਰਸ ਆਇਆ, ਤੈਨੂੰ ਆਨੰਦ ਨਾਦ ਆਇਆ, ਆਨੰਦ ਸ਼ਬਦ ਵੱਜਿਆ ਅੰਦਰ, ਤੇਰੀ ਲਿਵ ਜੁੜੀ, ਕੋਈ ਕਾਮ ਕਰੋ ਲੋਭ ਹੰਕਾਰ ਘਟਿਆ, ਇਹ ਰਾਹ ਝਿੜਕੇ ਨੇ। ਤੇ ਇਹ ਸਾਰਾ ਦਿਨ ਆਪਣੇ ਆਪ ਨੂੰ ਪਛਾਣਨਾ ਹੈ, ਬਚਣਾ ਹੈ, ਤਾਂ ਸਾਧ ਸੰਗ ਚ ਆ ਕੇ ਤੇ ਆ। ਇਹ ਨਹੀਂ ਵੀ ਇਹ ਸਾਧ ਸੰਗ ਜਾ ਕੇ ਜੀ ਪ੍ਰਸ਼ਾਦੇ ਛਕੇ ਤੇ ਬਾਹਰਲੇ ਤਾਂ ਬਾਹਰਲੇ ਸਰੀਰ ਦੀ ਖੁਰਾਕ ਆ, ਲੋੜ ਬਹੁਤੀ ਅੰਦਰਲੇ ਦੀ ਆ। ਅੰਦਰਲੇ ਨੇ ਮਿਲਾਪ ਹਾਸਲ ਕਰਨਾ, ਬਾਹਰਲਾ ਤਾਂ ਦੁਸ਼ਮਣ ਆ, ਉਹਦਾ ਕਹਿੰਦਾ ਮਿਲਾਪ ਕਰੀ ਨਾ, ਲੈਣਾ ਕੀ ਆ ਤੂੰ, ਤੇ ਇੱਥੇ ਹੀ ਸਭ ਕੁਛ ਹੈ, ਮੌਜਾਂ ਲੈ। ਉਹ ਤਾਂ ਆ ਕਹਿੰਦਾ ਹੈ, ਹਉਮੈ ਨਾਵੇ ਨਾਲ ਵਿਰੋਧ ਵਾਹਿਗੁਰੂ ਨਾ ਕਹਿ, ਮੈਂ ਕਹਿੰਦੀ ਆ ਵਾਹਿਗੁਰੂ ਨਾ ਕਹੀਂ, ਮੈਂ ਇਹ ਤਾਂ ਬੈਰੀ ਆ, ਕਹੀਂ ਨਾ। ਮੈਂ ਤੈਨੂੰ ਸਭ ਕੁਝ ਦਿੰਨੀ ਆ, ਮੈਂ ਤਾਂ ਮਿੱਠੀ ਬੜੀ ਆ, ਦੇਖ ਮੈਂ ਸਾਰਾ ਕੁਝ, ਮੇਰੀ ਖਾਤਰ ਤੂੰ ਸੰਸਾਰ ਦੇਖਦਾ, ਮੈਂ ਜੇ ਹੋਵਾਂ ਨਾ ਤਾਂ ਕਿੱਥੇ। ਮੈਂ ਹੀ ਸਿਆਣਾ, ਮੈਂ ਹੀ ਵਿਦਵਾਨ, ਮੈਂ ਹੀ ਚੰਗਾ, ਮੈਂ ਸਭ ਕੁਝ ਜਾਣਦਾ ਹੈ, ਮੈਂ ਕਰੀ ਜਾਂਦਾ। ਅੱਗ ਲੱਗੀ ਆ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਾਨੂੰ ਮਿਲਾਪ ਦਾ ਰਾਹ ਆਪਾਂ ਐਸੇ ਸ਼ਬਦ ਵਿੱਚ ਹੀ ਪਾਤਸ਼ਾਹ ਨੇ ਸਾਰਾ ਸਮਝਾ ਦੇਣਾ ਹੈ। ਅਗਲੀ ਵੇਰਾਂ ਸਹੀ ਕੋਈ ਆਪਾਂ ਨੂੰ ਛੇਤੀ ਨਹੀਂ। ਸਹਿਜ ਦਾ ਅਰਥ ਹੀ ਇਹ ਹੈ ਵੀ ਇਹ ਸਹਿਜ ਦਾ ਰਾਹ ਹੈ। ਜਨਮਾਂ ਦੇ ਭਟਕਦਿਆਂ ਨੂੰ, ਧੱਕੇ ਖਾਂਦਿਆਂ ਨੂੰ, ਅੱਗ ਲੱਗੀ ਨੂੰ ਹੁਣ ਅੱਗ ਬੁਝਾਉਣੀ ਆ। ਜਨਮਾਂ ਦੇ ਨੂੰ ਜੂਨਾਂ 'ਚ ਧੱਕੇ ਖਾਂਦਿਆਂ ਨੂੰ, ਮਨੁੱਖਾ ਜਨਮ ਦੇ ਵਿੱਚ। ਹੁਣ ਇੱਕ ਦਿਨ 'ਚ ਦੀ ਇਹ ਗੱਲ ਹੈ, ਧੀਰਜ ਸੁਨਿਆਰ, ਸੁਨਿਆਰੇ ਵਾਲਾ ਧੀਰਜ ਚਾਹੀਦਾ ਹੈ। ਐਨ ਬਹੁਤ ਕਿਉਂ ਸੋਨਾ ਬਹੁਤ ਬਰੀਕ ਹੈ, ਜਿਹਨੂੰ ਉਹ ਇਹ ਨਹੀਂ ਵੀ ਉਹਨੂੰ ਕੱਢਿਆ ਤੇ ਉਹਦਾ ਖਿਲਾਰ ਦੂਗਾ। ਤੇ ਤੂੰ ਇੱਕ ਗੁਰਮੰਤਰ ਬਹੁਤ ਬਰੀਕ ਹੈ, ਸੂਖਸ਼ਮ ਹੈ ਜਿਹੜਾ ਰਾਹ, ਇਹ ਸੂਖਸ਼ਮ ਰਾਹ ਉੱਤੇ ਤੂੰ ਬਹੁਤ ਧਿਆਨ ਨਾਲ ਚੱਲਣਾ ਹੈ। ਗੁਰਮੁਖ ਪੰਥ ਚਲੇ ਪੱਗ ਧਾਰੇ, ਪੈਰ ਧਰਨ ਵੇਲੇ ਵੀ ਦੇਖ ਬਈ ਇਹ ਗੁਰਮਤਿ ਅਨੁਸਾਰ ਹੈਗਾ। ਅੱਖਾਂ ਨਾਲ ਦੇਖਣ ਵੇਲੇ ਵੀ ਦੇਖ, ਕੰਨਾਂ ਵੇਲੇ ਵੀ ਦੇਖ, ਹਰ ਦਿਨ ਉਹ ਤਾਂ ਪੈਰ ਧਰ ਗੁਰੂ ਸਾਹਿਬ ਦੇ ਅਨੁਸਾਰ, ਤਾਂ ਸਾਡਾ ਕੰਮ ਬਣਨਾ ਹੈ। ਨਹੀਂ ਇਹ ਸੂਖਸ਼ਮ ਰਾਹ, ਸੱਚਖੰਡ ਸੂਖਸ਼ਮ, ਸੱਚਖੰਡ ਹੈ ਘਰ ਸਾਡਾ। ਅਸੀਂ ਵੀ ਸੂਖਸ਼ਮ ਹਾਂ, ਸਾਨੂੰ ਆਪਣੀ ਪਛਾਣ ਨਹੀਂ ਹੈ। ਗੱਲ ਤਾਂ ਅਸੀਂ ਆਹ ਸਰੀਰ ਨਹੀਂ ਹਾਂ, ਅਸੀਂ ਜੋਤ ਦਾ ਸਰੀਰ ਅਸਲੀ ਹਾਂ। ਸਾਰੀ ਤਾਕਤ ਉਹਦੀ ਹੈ। ਉਹ ਗੁਰੂ ਨਾਨਕ ਦਾ ਪੁੱਤ ਹੈ, ਪਰ ਉਹਨੂੰ ਹੈ ਸਮਝ ਮੈਂ ਗੁਰੂ ਨਾਨਕ ਦਾ ਪੁੱਤ ਹਾਂ, ਮੇਰੇ ਜੋ ਗੁਰੂ ਨਾਨਕ ਦੇ ਗੁਣ ਹੈਗੇ। ਅਸੀਂ ਤਾਂ ਬਣੇ ਪਏ ਆ, ਮਹਾਰਾਜ ਸਾਨੂੰ ਪਸ਼ੂ ਸੱਪ ਕਾਂ ਦੱਸਦਾ ਹੈ, ਸਾਨੂੰ ਉਹੀ ਬਾਪੂ। ਜੇ ਤੂੰ ਰੱਬ ਨੂੰ ਭੁੱਲਿਆ ਹੈ, ਅੱਖਰ ਵਾਧਾ ਘਾਟਾ ਭੁੱਲ ਚੁੱਕਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।